ਪਿਛਲੇ ਦਿਨੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰਿਕਾਰਡ ਵਿੱਚੋਂ 267 ਸਰੂਪ ਗੁਰੂ ਮਹਾਰਾਜ ਸਾਹਿਬ ਦੇ ਖੁਰਦ-ਬੁਰਦ ਕੀਤੇ ਗਏ ਨੇ। ਖੁਰਦ-ਬੁਰਦ ਸ਼ਬਦ ਸਾਡੇ ਲਈ ਕਹਿਣ ਦੇ ਤੌਰ ਤੇ ਇਹ ਅਸਮਰਥ ਸ਼ਬਦ ਹੈ, ਅਸਹਿਣਯੋਗ ਹੈ। ਉਹ ਕਿਹੜੇ ਲੋਕ ਨੇ ਜਿਨ੍ਹਾਂ ਨੇ ਇਸ ਕਾਰੇ ਨੂੰ ਅੰਜਾਮ ਦਿੱਤਾ? ਅੱਜ ਅਸੀਂ ਗੱਲ ਕਰਾਂਗੇ ਬਾਬਾ ਗੁਰਪ੍ਰੀਤ ਸਿੰਘ ਰੰਧਾਵਾ, ਜੋ ਫਤਿਹਗੜ੍ਹ ਸਾਹਿਬ ਤੋਂ ਐਸਜੀਪੀਸੀ ਮੈਂਬਰ ਨੇ। ਬਾਬਾ ਜੀ ਤੁਹਾਡਾ ਸਵਾਗਤ ਹੈ। ਧੰਨਵਾਦ ਜੀ। ਬਾਬਾ ਜੀ, ਇਹ ਜੋ ਪੂਰਾ ਮਸਲਾ ਇਹ ਕਿਵੇਂ ਕਹਾਣੀ ਸਾਹਮਣੇ ਆਈ 2000 ਦੀ ਇਹ 2016 ਦੀ ਇਹ ਕਹਾਣੀ ਹੈ, ਤਾਂ ਇਹ ਕਿਵੇਂ ਹੁਣ ਇਹ ਸਾਹਮਣੇ ਆਈ ਇੰਨੇ ਸਾਲਾਂ ਬਾਅਦ? ਇਹ ਹਰ ਇੱਕ ਸਿੱਖ ਹੀ ਇਸ ਕਹਾਣੀ ਤੋਂ ਪਰੇਸ਼ਾਨ ਆ, ਕਿਉਂਕਿ ਇੱਕ ਕਹਾਵਤ ਹੈ, ਜਿਸ ਬਾਗ ਦਾ ਮਾਲੀ ਬੇਈਮਾਨ ਹੋ ਜਾਏ ਉੱਥੇ ਫੁੱਲ ਵੀ ਨਾ ਤੇ ਉੱਥੇ ਫਲ ਵੀ ਨਾ। ਜੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਸੰਸਥਾ ਹੈ ਜਿਹੜੀ ਸਿੱਖਾਂ ਨੇ ਆਪਣੇ ਲਹੂ ਦੇ ਵਿੱਚੋਂ ਪੈਦਾ ਕੀਤੀ ਹੈ ਜੀ, ਔਰ ਇਹਦਾ ਇੱਕੋ ਇੱਕ ਨਿਸ਼ਾਨਾ ਤੇ ਏਜੰਡਾ ਹੈ ਗੁਰੂ ਘਰਾਂ ਦੀ ਸੇਵਾ ਸੰਭਾਲ ਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਸਤਿਕਾਰ ਜੀ। ਪਰ ਜਿਹੜੀ ਇਹ ਘਟਨਾ ਸਾਹਮਣੇ ਆਈ ਹੈ, ਇਹ ਪੰਜਾਬ ਹਿਊਮਨ ਰਾਈਟ ਆਰਗੇਨਾਈਜੇਸ਼ਨ ਜਸਟਿਸ ਅਜੀਤ ਸਿੰਘ ਬੈਂਸ ਹੋਰਾਂ ਨੇ ਪ੍ਰੈਸ ਕਾਨਫਰੰਸ ਕਰਕੇ ਇਹਦਾ ਖੁਲਾਸਾ ਕੀਤਾ ਜੀ। ਤੇ ਉਹਦਾ ਇੱਕ ਜ਼ਰੀਆ ਕਮਲਜੀਤ ਸਿੰਘ, ਜਿਹੜਾ ਪਬਲੀਕੇਸ਼ਨ ਡਿਪਾਰਟਮੈਂਟ ਦਾ ਜਿਹੜਾ ਸੁਪਰਵਾਈਜ਼ਰ ਸੀ, ਉਹਦੀ ਪਿਛਲੇ ਦਿਨੀ ਰਿਟਾਇਰਮੈਂਟ ਹੋਈ। ਜਦੋਂ ਰਿਟਾਇਰਮੈਂਟ ਵੇਲੇ ਦੂਸਰਾ ਅਧਿਕਾਰੀ ਚਾਰਜ ਲੈਣ ਲੱਗਾ, ਉਹਨੇ ਕਿਹਾ ਕਿ 267 ਸਰੂਪ ਜਿਹੜੇ ਨੇ ਉਹ ਘੱਟ ਨੇ। ਤੇ ਫਿਰ ਇਹਨਾਂ ਨੇ ਜੋ ਪਤਾ ਲੱਗਿਆ ਕਿ ਉਹਦੇ ਸਿਰ ਮੜ ਦਿੱਤੇ। ਹੁਣ ਉਹਨੇ ਸਟੇਟਮੈਂਟ ਦਿੱਤੀ ਹੈ, ਉਹ ਕਹਿੰਦਾ ਹੈ ਕਿ ਜੋ ਮੈਨੂੰ ਹੁਕਮ ਆਉਂਦਾ ਸੀ ਤੇ ਜਿੱਥੇ ਵੀ ਆ 5 ਸਿੰਘ ਆ ਰਹੇ ਨੇ ਸਰੂਪ ਦੇ ਦਿਓ, ਮੈਂ ਹੁਕਮ ਵਜਾ ਦਿੰਦਾ ਸੀ। ਵੀ ਹੁਣ ਸਾਰਾ ਜਿਹੜਾ ਹੁਕਮ ਤੁਹਾਡੇ ਸੀ, ਮੇਰੇ ਸਿਰ ਇਹ ਕਿਉਂ ਭੰਨੇ ਜਾਂਦੇ ਨੇ? ਉਹਨੇ ਇਹ ਗੱਲ ਦਾ ਖੁਲਾਸਾ ਕੀਤਾ ਕਿ ਦੂਸਰਾ 5 ਲੱਖ ਰੁਪਈਆ ਉਹਦੇ ਸਿਰ ਪਾ ਰਹੀ ਸੀ, 2100 ਰੁਪਈਆ ਇੱਕ ਸਰੂਪ ਦੇ ਭੇਟਾ ਦੇ ਹਿਸਾਬ ਨਾਲ, ਕਿ ਤੂੰ 5 ਲੱਖ ਰੁਪਈਆ ਜਿਹੜਾ ਆਪਣੇ ਫੰਡ ਚੋਂ ਕਟਾ, ਜਿਹੜਾ ਤੈਨੂੰ ਮਿਲਣਾ ਹੈ। ਉਹਨੇ ਇੱਕ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਹੋਰਾਂ ਨੂੰ ਇੱਕ ਚਿੱਠੀ ਵੀ ਲਿਖੀ ਹੈ ਕਿ ਮੇਰੇ ਤੋਂ ਧੱਕੇ ਤੇ ਸਾਈਨ ਕਰਵਾ ਲਏ। ਇਹ ਇੱਕ ਇਨਵੈਸਟੀਗੇਸ਼ਨ ਦਾ ਵਿਚ ਹੈ। ਪਰ ਉਹਦੇ ਵਿੱਚ ਉਹਨੇ ਇੱਕ ਹੋਰ ਬੜੀ ਖਤਰਨਾਕ ਗੱਲ ਜਿਹੜੀ ਹੈਰਾਨ ਕਰਨ ਵਾਲੀ ਹੈ, ਉਹਨੇ ਕਿਹਾ ਕਿ ਜਿਹੜੀ 18 ਤੇ 19 ਮਈ ਰਾਤ ਨੂੰ ਗੁਰਦੁਆਰਾ ਰਾਮਸਰ ਸਾਹਿਬ ਜਿਹੜਾ ਭਵਨ ਹੈ, ਜਿੱਥੇ ਭਾਈ ਗੁਰਦਾਸ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲਿਖਿਆ ਤੇ ਗੁਰੂ ਅਰਜਨ ਦੇਵ ਮਹਾਰਾਜ ਨੇ ਲਿਖਾਇਆ, ਉੱਥੇ ਹੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਸਰੂਪ ਜਿਹੜਾ ਹੈ ਲਿਖਿਆ ਜਾਂਦਾ। ਉਹ ਕਹਿੰਦਾ ਉੱਥੇ ਅਗਨ ਸ਼ਾਰਟ ਸਰਕਟ ਹੋ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅਗਨ ਭੇਟ ਹੋਏ, ਤੇ ਜਦੋਂ ਫਾਇਰ ਬ੍ਰਿਗੇਡ ਦੀਆਂ ਵਿਛਾੜਾਂ ਵੱਜੀਆਂ ਤੇ ਬਹੁਤ ਸਾਰੇ ਸਰੂਪ ਸਿੱਲੇ ਹੋ ਗਏ। ਉਹਨੇ ਗਿਣਤੀ 80 ਦੀ ਦੱਸੀ ਵੀ 80 ਸਰੂਪ ਉਹ ਸੀ। ਫਿਰ ਉਹ ਚੋਰੀ ਤੇ 19 ਮਈ ਰਾਤ ਨੂੰ ਜਾ ਕੇ ਇਹਨਾਂ ਨੇ ਉਹਨਾਂ ਸਰੂਪਾਂ ਦਾ ਸੰਸਕਾਰ ਕਰ ਦਿੱਤਾ, ਔਰ ਕੋਈ ਰਿਕਾਰਡ ਦੇ ਵਿੱਚ ਦਰਜ ਨਹੀਂ ਕੀਤਾ। ਜਦੋਂ ਸੰਸਕਾਰ ਕੀਤਾ ਗਿਆ ਉੱਥੇ ਰਿਕਾਰਡ ਦਰਜ ਹੁੰਦਾ, ਉੱਥੇ ਵੀ ਰਿਕਾਰਡ ਦਰਜ ਨਹੀਂ ਹੈਗਾ? ਨਹੀਂ, ਉੱਥੇ ਕੋਈ ਰਿਕਾਰਡ 'ਚ ਦਰਜ ਨਹੀਂ। ਤੇ ਹੁਣ ਇੱਕ ਸ਼੍ਰੋਮਣੀ ਕਮੇਟੀ ਨੇ ਇੱਕ ਝੂਠ ਦਾ ਪਲੰਦਾ ਜਿਹੜਾ ਤਿਆਰ ਕਰਕੇ ਲੋਕਾਂ ਨੂੰ ਗੁੰਮਰਾਹ ਕਰਨ ਵਾਸਤੇ ਇੱਕ ਪ੍ਰੈਸ ਕਾਨਫਰੰਸ ਕਰੀ, ਜਿਹਦੇ ਵਿੱਚ ਇਹਨਾਂ ਨੇ ਕਿਹਾ ਜੀ ਸਰੂਪ 80 ਨਹੀਂ 14 ਸੀ। ਤੇ ਦੂਸਰਾ, ਇਹ ਮਾਮਲਾ ਪਹਿਲੇ ਹੀ ਮੀਡੀਆ 'ਚ ਆਇਆ ਹੋਇਆ ਸੀ ਜੀ, ਵੀ ਜਦੋਂ ਇਹ ਵਾਪਰਿਆ ਉਦੋਂ ਮੀਡੀਆ 'ਚ ਆਇਆ ਸੀ। ਤੀਸਰਾ ਜੀ, ਹੁਣ ਇਹਦੇ 'ਤੇ ਰਾਜਨੀਤੀ ਕੀਤੀ ਜਾਂਦੀ ਹੈ। ਚੌਥਾ ਕਿ ਹਿਊਮਨ ਰਾਈਟ ਆਰਗੇਨਾਈਜੇਸ਼ਨ ਨੂੰ ਕੋਈ ਅਧਿਕਾਰ ਨਹੀਂ ਇਹ ਗੱਲ ਪੁੱਛਣ ਦਾ। ਹੁਣ ਇਹ ਚਾਰੇ ਸਵਾਲ ਆਪਸ ਦੇ ਵਿੱਚ ਡਿਫਰੈਂਟ ਨੇ। ਪਹਿਲੀ ਤਾਂ ਗੱਲ ਇਹ ਆ ਕਿ ਜੇ ਇਹ ਮੀਡੀਆ 'ਚ ਆਇਆ ਹੋਇਆ ਸੀ ਤਾਂ ਤੁਸੀਂ ਜਦੋਂ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਉਹ ਖਬਰਾਂ ਦਿੰਦੇ। ਬਿਲਕੁਲ, ਕਟਿੰਗਾਂ ਸ਼ੋਅ ਕਰਦੇ। ਕਟਿੰਗਾਂ ਸ਼ੋਅ ਕਰਦੇ। ਜਿਹੜੇ ਨਿਊਜ਼ ਚੈਨਲਾਂ 'ਤੇ ਖਬਰਾਂ ਚੱਲੀਆਂ ਉਹ ਖਬਰਾਂ ਦਿਖਾਉਂਦੇ, ਜੇ ਹੁੰਦੀਆਂ ਤਾਂ ਦਿਖਾਉਂਦੇ। ਇਹ ਕਿਤੇ ਕੋਈ 1 ਸਦੀ ਪਹਿਲਾਂ ਦੀ ਗੱਲ ਹੈ ਜੀ, 4 ਸਾਲ ਪਹਿਲਾਂ ਆਪਾਂ ਨੂੰ ਨਹੀਂ ਪਤਾ ਹੈਗਾ। ਐਡੀ ਖਬਰ ਅਸੀਂ ਪੜ੍ਹਦੇ ਤਾਂ ਸਾਨੂੰ ਪਤਾ ਹੀ ਨਹੀਂ ਲੱਗਿਆ, ਕਿਉਂਕਿ ਉਸ ਅਧਿਕਾਰੀ ਨੇ ਕਿਹਾ ਕਿ ਖਬਰ ਦਬਾਈ ਗਈ, ਕਿਉਂਕਿ ਉਸ ਵਕਤ ਅਕਾਲੀ ਸਰਕਾਰ ਸੀ। ਬਾਬਾ ਜੀ, ਕਾਰਨ ਕੀ ਨੇ ਕਿ ਇੰਨੇ ਸਾਲ ਖਬਰ ਦਬਾਈ ਗਈ? ਕੀ ਸਿਆਸੀ ਕਾਰਨ ਨੇ? ਉਹ ਕਹਿੰਦਾ ਜਿਹੜਾ ਉਹਨੇ ਚਿੱਠੀ ਲਿਖੀ ਹੈ, ਜਿਹੜੀ ਆਰਗੇਨਾਈਜੇਸ਼ਨ ਨੇ ਚਿੱਠੀ ਲਿਖਿਆ, ਉਹਦੇ ਵਿੱਚ ਲਿਖਿਆ ਕਿ 7 ਮਹੀਨੇ ਪਹਿਲਾਂ ਬਰਗਾੜੀ ਕਾਂਡ ਹੋ ਚੁੱਕਿਆ ਸੀ ਤੇ 6 ਮਹੀਨੇ ਬਾਅਦ 2017 ਦੀ ਇਲੈਕਸ਼ਨ ਲਾਉਣ ਵਾਲੀ ਸੀ। ਇਸ ਲਈ ਇਹਨਾਂ ਦੋਨਾਂ ਗੱਲਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਕਿਤੇ ਇਹਦੇ ਨਾਲ ਸਿਆਸੀ ਸੇਕ ਨਾ ਲੱਗ ਜਾਵੇ ਇਸ ਬੇਅਦਬੀ ਦੇ ਨਾਲ। ਹਾਲਾਂਕਿ ਇਹ ਬੇਅਦਬੀ ਕਿਹੜਾ ਕਿਸੇ ਨੇ ਜਾਣ ਕੇ ਕੀਤੀ ਸੀ, ਇੱਕ ਸ਼ਾਰਟ ਸਰਕਟ ਹੋਇਆ, ਹੋਰ ਵੀ ਬਹੁਤ ਜਗ੍ਹਾ ਹੁੰਦਾ। ਤੇ ਪਰ ਇਹਦੇ ਨਾਲ ਜਿਹੜਾ ਇਹ ਪਾਪ ਦੇ ਉੱਤੇ ਪਰਦਾ ਪਾਇਆ ਗਿਆ ਤੇ ਉਹ ਹੁਣ ਲੋਕਾਂ ਦੇ ਵਿੱਚ ਚਰਚਾ ਦਾ ਵਿਸ਼ਾ, ਪਰ ਇਹਦਾ ਕੋਈ ਜਵਾਬ ਨਹੀਂ ਸ਼੍ਰੋਮਣੀ ਕਮੇਟੀ ਜਿਹੜੀ ਆ ਦੇ ਪਾ ਰਹੀ।
ਜਿਹਦੇ ਨਾਲ ਕੋਈ ਪ੍ਰੈਸ ਦੀ ਜਾਂ ਆਮ ਸਿੱਖ ਦੀ ਜਿਹੜੀ ਆ ਤਸੱਲੀ ਹੋ ਜਾਵੇ। ਬਾਬਾ ਜੀ ਜਿਵੇਂ ਉਹਨਾਂ ਦਾ ਕਹਿਣਾ ਕਿ 14 ਸਰੂਪ ਸੀ ਉਹ ਤੇ ਗਿਣਤੀ 267 ਦੀ ਹੈ, ਤਾਂ ਫਿਰ ਬਾਕੀ ਸਰੂਪ ਕਿੱਥੇ ਗਏ ਉਹ? ਨਹੀਂ 14 ਸਰੂਪ ਤਾਂ ਉਹ ਕਹਿ ਰਹੇ ਨੇ ਵੀ ਅਗਨ ਭੇਟ ਹੋ ਗਏ 14 ਸਰੂਪ ਤਾਂ, ਤੇ ਕਬਲਜੀਤ ਸਿੰਘ ਕਹਿੰਦਾ ਵੀ 80 ਅਗਨ ਭੇਟ ਹੋਏ, ਵੀ ਉਹ 80 ਦੀ ਜਗ੍ਹਾ 80 ਰੱਖ ਦਿੱਤੇ ਸਰੂਪ, ਸੁਭਾਇਮਾਨ ਕਰ ਦਿੱਤੇ। ਇਸ ਕਰਕੇ ਉਹ ਗਿਣਤੀ 'ਚ ਨਾ ਇੱਧਰ ਪਾਏ ਨਾ ਉੱਧਰ ਪਾਏ, ਨਾ ਜਿੱਥੇ ਸੰਸਕਾਰ ਕੀਤਾ ਉੱਥੇ ਪਾਏ। 5 ਬੱਸਾਂ ਲੈ ਕੇ ਗਏ ਸੀ ਇਹ, 5 ਬੱਸਾਂ ਲੈ ਕੇ ਗਏ। ਇੱਕ ਬੈੱਡ ਦੇ ਉੱਤੇ 20 ਸਰੂਪ ਜਿਹੜੇ ਨੇ ਉਹ ਸੁਸ਼ੋਭਿਤ ਹੁੰਦੇ ਨੇ। ਬਲਕਿ ਜਿਹੜੇ ਉੱਥੇ ਇੰਸਪੈਕਟਰ ਨੇ, ਜਿਹੜੇ ਮੌਕੇ ਤੇ ਪੁਲਿਸ ਅਧਿਕਾਰੀ ਗਏ, ਉਹਨਾਂ ਨੇ ਵੀ ਹੁਣ ਉਹ ਆਰਗੇਨਾਈਜੇਸ਼ਨ ਵਾਲਿਆਂ ਨੂੰ ਜਿਹੜਾ ਦੱਸਿਆ ਵੀ ਸਰੂਪ 15 ਨਹੀਂ ਸੀ, ਜ਼ਿਆਦਾ ਸੀ, ਘੱਟੋ ਘੱਟ 60-65 ਸੀ ਉਹਨਾਂ ਦੇ ਕਹਿਣ ਦੇ ਮੁਤਾਬਕ। ਚਲੋ ਇਨਫੈਕਟ ਜਿਹੜੀ ਹਜੇ ਗੱਲ ਕਿਉਂਕਿ ਪੁਖਤਾ ਨਹੀਂ ਸਾਡੇ ਸਾਹਮਣੇ ਆਈ ਸੀ, ਪਰ ਹੁਣ ਗੱਲ ਜਿਹੜਾ ਸਵਾਲ ਇੱਥੇ ਪੈਦਾ ਹੁੰਦਾ, ਆਪਾਂ ਸ਼੍ਰੋਮਣੀ ਕਮੇਟੀ ਦੀ ਗੱਲ ਮੰਨ ਲਓ ਵੀ 14 ਹੀ ਸਰੂਪ ਸੀ। ਅਸੀਂ ਹੁਣ ਸਵਾਲ ਇਹ ਹੈ ਵੀ 14 ਸਰੂਪਾਂ ਦੀ ਇੱਕ ਮਰਜ਼ਾਦਾ ਤੁਸੀਂ ਪਛਤਾਤਾਪ ਕਿੱਥੇ ਕੀਤਾ ਅਖੰਡ ਪਾਠ ਸਾਹਿਬ ਕਰਾ ਕੇ? ਜੀ ਬਿਲਕੁਲ। ਤੇ ਜਦੋਂ ਅਖੰਡ ਪਾਠ ਸਾਹਿਬ ਹੁੰਦਾ, ਜੇ ਆਮ ਸਿੱਖ ਨੇ ਕਰਾਉਣਾ ਹੋਵੇ ਉਹਦੀ ਰਸੀਦ ਕੱਟੀ ਜਾਂਦੀ ਹੈ, ਤੇ ਤੁਸੀਂ ਦਿਖਾ ਦਿਓ ਵੀ ਤੁਸੀਂ ਇੱਕ ਆਗਿਆ ਪ੍ਰਵਾਨਗੀ ਲੈਂਦੇ ਹੋ। ਜਦੋਂ ਸ਼੍ਰੋਮਣੀ ਕਮੇਟੀ ਆਪ ਪਾਠ ਕਰਾਉਂਦੀ ਹੈ, ਜੋੜ ਮੇਲਿਆਂ ਦੇ ਕਰਾਉਂਦੀ ਹੈ, ਸ਼ਹੀਦੀ ਜੋੜ ਮੇਲਿਆਂ ਦੇ ਕਰਾਉਂਦੀ ਹੈ, ਵਿਸਾਖੀ ਦਾ ਕਰਾਉਂਦੀ ਹੈ, ਤੇ ਉਹ ਵੀ ਨਹੀਂ ਤੁਸੀਂ ਦਿਖਾ ਪਾ ਰਹੇ ਕਿਉਂਕਿ ਤੁਸੀਂ ਪਛਤਾਤਾਪ ਵੀ ਨਹੀਂ ਕੀਤਾ। ਜੇ 14 ਸਰੂਪ ਸੀ, ਕਿੱਡੀ ਮਤਲਬ ਇਹ ਹਾਸੋਹੀਣੀ ਗੱਲ ਆ, ਕਿੱਡੀ ਮੈਂ ਸਮਝਦਾ ਸ਼ਰਮਨਾਕ ਗੱਲ ਆ। ਤੇ ਬੜੇ ਫਕਰ ਨਾਲ ਕਹਿ ਰਹੇ ਨੇ ਕਿ 80 ਨਹੀਂ ਹੈ ਜੀ 14 ਸੀ। ਇਹਦਾ ਵੱਲ ਤੁਹਾਡੇ ਸਾਹਮਣੇ 14 ਕੋਈ ਖਾਸ ਗੱਲ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਜੀ ਦਾ ਤਾਂ ਇੱਕ ਅੱਖਰ ਵੀ ਜੇ ਕਿਤੇ ਰੁਲਦਾ ਤਾਂ ਮੈਂ ਸਮਝਦਾ ਕਿ ਸਿੱਖ ਲਈ ਉਹ ਜ਼ਿੰਦਗੀ ਬੜੀ ਕੀ ਸ਼ਬਦ ਵਰਤੀ ਅਸੀਂ ਮਤਲਬ ਔਖੀ ਆ। ਤੇ ਤੁਸੀਂ ਕਹਿ ਰਹੇ ਹੋ ਵੀ 14 ਸੀ, ਬੜੇ ਸੌਖੇ ਜਿਹੇ ਲਫ਼ਜ਼ਾਂ 'ਚ ਕਹਿ ਰਹੇ 14 ਸੀ। ਬਿਲਕੁਲ ਇਹ ਘਟਨਾਵਾਂ ਬਰਗਾੜੀ ਘਟਨਾਵਾਂ ਤੋਂ ਵੱਡੀਆਂ ਘਟਨਾਵਾਂ ਨੇ, ਕਿਉਂਕਿ ਇਹ ਉਹਨਾਂ ਮਤਲਬ ਵਾਪਰੀਆਂ ਨੇ ਜੋ ਪ੍ਰਬੰਧਕੀ ਆਗੂ ਬਣਦੇ ਨੇ। ਬਿਲਕੁਲ ਇਹੀ ਤਾਂ ਵੱਡਾ ਸਵਾਲ ਆ ਕਿ ਇਹਦੀ ਜ਼ਿੰਮੇਵਾਰੀ ਹੁਣ ਕੋਈ ਚੱਕਣ ਨੂੰ ਤਿਆਰ ਨਹੀਂ। ਹੁਣ ਦੇਖੋ ਸ਼੍ਰੋਮਣੀ ਕਮੇਟੀ ਦਾ ਮੁੱਖ ਸਕੱਤਰ ਤੇ ਸ਼੍ਰੋਮਣੀ ਕਮੇਟੀ ਦਾ ਮੀਤ ਪ੍ਰਧਾਨ ਪ੍ਰੈਸ ਕਾਨਫਰੰਸ ਕਰਦੇ ਨੇ, ਤੇ ਇਹੀ ਉਦੋਂ ਮੀਤ ਪ੍ਰਧਾਨ ਸੀ ਜਦੋਂ ਇਹ ਕਾਂਡ ਵਾਪਰਦਾ, ਤੇ ਇਹੀ ਸਕੱਤਰ ਉਦੋਂ ਵੀ ਉਹਦੇ ਤੇ ਸੀ। ਤੇ ਕਹਿਣ ਦਾ ਮਤਲਬ ਹੁਣ ਇਹ ਵੀ ਨਹੀਂ ਕਹਿ ਸਕਦੇ ਜੀ ਵੀ ਅਸੀਂ ਉਦੋਂ ਹੈ ਨਹੀਂ ਸੀ। ਹੁਣ ਦੇਖੋ ਇੱਕ ਜਾਂਚ ਕਮੇਟੀ ਬਣਾਤੀ, ਤੇ ਅੱਜ ਤੱਕ ਪਹਿਲੀ ਤਾਂ ਗੱਲ ਇਹਨਾਂ ਨੇ ਜਦੋਂ ਅਗਨ ਕਾਂਡ ਇਹ ਵਾਪਰਿਆ ਭਾਣਾ, ਉਦੋਂ ਵੀ ਇੱਕ ਕਮੇਟੀ ਬਣਾਈ। ਉਸ ਕਮੇਟੀ ਨੇ ਰਿਪੋਰਟ ਜਿਹੜੀ ਹੈ ਦਿੱਤੀ। ਉਸ ਕਮੇਟੀ ਦੀ ਰਿਪੋਰਟ ਦੇ ਵਿੱਚ ਸਰੂਪਾਂ ਦੀ ਗਿਣਤੀ ਨਹੀਂ ਹੈ। ਜਿਹੜੇ 14 ਕਹਿੰਦੇ ਨੇ ਉਹਨੇ 14 ਦੀ ਵੀ ਗਿਣਤੀ ਨਹੀਂ ਲਿਖੀ ਉਹਦੇ ਵਿੱਚ। 14 ਦੀ ਲਿਖੀ ਨਹੀਂ ਹੋਈ। ਇਹਦਾ ਮਤਲਬ ਗੜਬੜ ਤਾਂ ਹੈ ਨਾ ਕਿਤੇ, ਇਹ ਝੂਠ ਬੋਲਦੇ ਨੇ। ਦੂਸਰੀ ਗੱਲ, ਅੱਜ ਹਫ਼ਤਾ ਹੋ ਗਿਆ, 1.5 ਹਫ਼ਤਾ ਹੋ ਗਿਆ, ਇਹਨਾਂ ਦੇ ਉੱਤੇ ਕੋਈ ਹੋਰ ਐਲੀਗੇਸ਼ਨ ਲੱਗ ਜਵੇ ਨਾ ਜਿਹਦਾ ਇਹਦੇ ਕੋਲ ਸਬੂਤ ਹੁੰਦਾ ਹੈ, ਇਹ ਆਪਣੇ IT ਸੈੱਲ ਦੇ ਥਰੂ, ਅਕਾਲੀ ਦਲ ਦੇ ਵਰਕਰ ਜਿੰਨੀਆਂ ਚਲਾਉਂਦੇ ਨੇ ਫੇਸਬੁੱਕਾਂ, ਉਹਦੇ ਥਰੂ ਇਹ ਪੂਰਾ ਆਪਣੇ ਵੱਲੋਂ ਪ੍ਰਚਾਰ ਕਰਨ ਦਾ ਕੋਸ਼ਿਸ਼ ਕਰਦੇ ਨੇ। ਅਸੀਂ ਇਹਨਾਂ ਨੂੰ ਇਹ ਕਹਿ ਰਹੇ ਹਾਂ ਵੀ ਤੁਹਾਡੀ ਸਾਨੂੰ ਜਾਂਚ ਦੀ ਲੋੜ ਨਹੀਂ, ਨਾ ਤੁਹਾਡੀ ਜਾਂਚ 'ਤੇ ਭਰੋਸਾ। ਤੁਸੀਂ ਸਾਨੂੰ ਜਿੱਥੇ ਪਛਤਾਤਾਪ ਕੀਤਾ ਉਹ ਫੋਟੋਆਂ ਦਿਖਾਓ, ਉਹ ਖਬਰਾਂ ਦਿਖਾਓ, ਜਿੱਥੇ 14 ਸਰੂਪਾਂ ਦੀਆਂ ਖਬਰਾਂ ਲੱਗੀਆਂ ਉਹ ਦਿਖਾਓ। ਜੇਕਰ ਕਹਿੰਦੇ ਕਿ ਉਸ ਟਾਈਮ ਮੀਡੀਆ 'ਚ ਗੱਲ ਆਈ ਸੀ ਤਾਂ ਫਿਰ ਅਖਬਾਰਾਂ ਖਬਰਾਂ ਤਾਂ ਹੋਣਗੀਆਂ, ਉਹ ਤਾਂ ਲੈ ਕੇ ਬਹਿੰਦੇ ਜੀ। ਇਹ ਬਲਕਿ ਇਹਨਾਂ ਨੂੰ ਪ੍ਰੈਸ ਕਾਨਫਰੰਸ ਕਰਨ ਦੀ ਲੋੜ ਨਹੀਂ ਸੀ, ਉਹ ਖਬਰਾਂ ਪਾਉਂਦੇ ਫੇਸਬੁੱਕਾਂ 'ਤੇ, ਸੋਸ਼ਲ ਮੀਡੀਆ 'ਤੇ ਪਾਉਂਦੇ ਵੀ ਆ ਦੇਖੋ ਜੀ ਸ਼੍ਰੋਮਣੀ ਕਮੇਟੀ ਨੂੰ ਬਦਨਾਮ ਕੀਤਾ ਜਾਂਦਾ। ਇੱਥੋਂ ਇਹ ਸਾਬਤ ਹੈ ਕਿ ਬਦਨਾਮੀ ਤੁਸੀਂ ਕਰਵਾ ਰਹੇ ਹੋ। ਰਾਜਨੀਤੀ ਤੁਹਾਨੂੰ ਸਵਾਲ ਚੁੱਕਣ ਵਾਲੇ ਲੋਕ ਨਹੀਂ ਕਰ ਰਹੇ, ਰਾਜਨੀਤੀ ਤੁਸੀਂ ਕਰ ਰਹੇ ਹੋ। ਐਦੋਂ ਗੰਦੀ ਰਾਜਨੀਤੀ ਹੋਰ ਕੀ ਹੋ ਸਕਦੀ ਹੈ ਕਿ ਤੁਸੀਂ ਇੱਕ ਆਪਣੀ ਪੋਲੀਟੀਕਲ ਫਿਜ਼ਾ ਨੂੰ ਬਚਾਉਣ ਵਾਸਤੇ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਵੀ ਐਡੀ ਵੱਡੀ ਗਦਾਰੀ ਜਿਹੜੀ ਉਹ ਕਰ ਰਹੇ ਹੋ, ਔਰ ਖਾ ਰਹੇ ਹੋ ਗੁਰੂ ਗ੍ਰੰਥ ਸਾਹਿਬ ਦੇ ਨਾਂ 'ਤੇ। ਹੁਣ ਉੱਥੇ ਮੱਥਾ ਜਿਹੜਾ ਟੇਕਣ ਸਿੱਖ ਜਾਂਦੇ ਨੇ, ਉਹ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਨੂੰ ਮੱਥਾ ਟੇਕਣ ਨਹੀਂ ਜਾਂਦੇ, ਉਹ ਬੰਦਿਆਂ ਨੂੰ ਮੱਥਾ ਨਹੀਂ ਟਿਕਦਾ, ਉੱਥੇ ਦੀਆਂ ਕੰਧਾਂ ਨੂੰ ਮੱਥਾ ਨਹੀਂ ਟਿਕਦਾ, ਉਹ ਨਮਸਕਾਰ ਗੁਰੂ ਗ੍ਰੰਥ ਸਾਹਿਬ ਨੂੰ ਹੁੰਦੀ ਹੈ। ਤੇ ਉਹੀ ਗੋਲਕ ਚੱਕ ਕੇ ਇਹ ਸਮਝ ਲਓ ਟੱਬਰ ਪਾਲ ਰਹੇ ਨੇ, ਐਸ਼ਾ ਲੈ ਰਹੇ ਨੇ, ਸਭ ਕੁਝ 2-2 ਲੱਖ ਇਹਨਾਂ ਦੀਆਂ ਤਨਖਾਹਾਂ ਨੇ, ਤੇ ਕੌਣ ਜ਼ਿੰਮੇਵਾਰੀ ਚੱਕੂਗਾ ਫਿਰ ਇਸ ਦਾ? ਬਾਬਾ ਜੀ ਜਿਵੇਂ ਮੁਲਾਜ਼ਮ ਨੇ ਕਿਹਾ ਕਿ ਮੇਰੇ ਕੋਲ ਦਾ ਬੰਦਾ ਆਉਂਦਾ ਸੀ, ਮੈਂ ਮਹਾਰਾਜ ਦਾ ਸਰੂਪ ਉਹਨਾਂ ਨੂੰ ਦੇ ਦਿੰਦੇ ਸੀ, ਪਰ ਉਹ ਜੋ ਮਹਾਰਾਜ ਦਾ ਸਰੂਪ ਦਿੰਦੇ ਸੀ ਉਹ ਉਦੋਂ ਨਹੀਂ ਕੋਈ ਰਿਕਾਰਡ ਵਗੈਰਾ ਰੱਖਦੇ ਸੀ ਇੱਦਾਂ ਵੀ ਕਿੱਥੋਂ ਦਾ ਬੰਦਾ ਲੈ ਕੇ ਗਿਆ? ਦੇਖੋ ਜੀ, ਇਹ ਇੱਕ ਮਰਜ਼ਾਦਾ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਜਾਣ ਦੀ ਜੀ। ਹੁਣ ਤੁਸੀਂ ਆਪਣੇ ਹਲਕੇ ਦੇ ਵਿੱਚ ਤੁਹਾਡਾ ਪਿੰਡ ਜਿਹੜਾ ਹੈ ਉਹ ਕਹੇ ਕਿ ਮੈਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਆਪਣੇ ਬਿਰਧ ਹੋ ਗਿਆ ਲੈ ਕੇ ਆਉਣਾ ਜੀ, ਉਹਦਾ ਰੂਲ ਹੈ ਇੱਕ ਫਾਰਮ ਤੁਹਾਨੂੰ ਲੈਣਾ ਪੈਣਾ ਹੈ ਜਾ ਕੇ ਗੁਰਦੁਆਰਾ ਦੂਖਨਿਵਾਰਨ ਸਾਹਿਬ ਜਿਹੜਾ ਤੁਹਾਡੇ ਨੇੜੇ ਗੁਰੂਘਰ ਪੈਂਦਾ ਵੱਡਾ। ਉਸ ਫਾਰਮ ਦੇ ਉੱਤੇ ਜਿਹੜੇ ਤੁਹਾਡੇ ਕਮੇਟੀ ਮੈਂਬਰ ਨੇ ਉਹਨਾਂ ਦੇ ਸਾਈਨ ਹੋਣੇ ਨੇ। ਫਿਰ ਉਹ ਕਮੇਟੀ ਮੈਂਬਰ ਹਲਕਾ ਮੈਂਬਰ ਕੋਲ ਜਾਂਦੇ ਨੇ, ਫਿਰ ਹਲਕਾ ਮੈਂਬਰ ਉਹਨੂੰ ਵੈਰੀਫਾਈ ਕਰਦਾ
ਕਿ ਹਾਂ ਇਹ ਮੇਰੇ ਹਲਕੇ ਦੇ ਬੰਦੇ ਨੇ ਔਰ ਇਹ ਗੁਰਸਿੱਖ ਨੇ, ਕਮੇਟੀ ਦੇ ਵਿੱਚ ਨੇ। ਤੇ ਇੱਕ ਜਿਹੜਾ ਹਲਕੇ ਦਾ ਪ੍ਰਚਾਰਕ ਹੈ ਸ਼੍ਰੋਮਣੀ ਕਮੇਟੀ ਦਾ, ਉਹ ਰਿਪੋਰਟ ਕਰਦਾ ਉਹਦੇ ਤੇ ਕਿ ਹਾਂ ਮੈਂ ਜਾਣਦਾ, ਫੇਰ ਜਾ ਕੇ ਕਿਤੇ ਸਰੂਪ ਮਿਲਦਾ। ਹੁਣ ਜੇ ਮੰਨ ਲਓ ਵੀ ਕਵਲਜੀਤ ਸਿੰਘ ਹੀ 267 ਸਰੂਪ ਦਾ ਦੋਸ਼ੀ ਆ ਤੇ 267 ਸਰੂਪ ਚੱਕ ਕੇ ਉਹ ਇਕੱਲਾ ਹੀ ਲੈ ਗਿਆ। ਬਿਲਕੁਲ। ਕਿੱਡੀ ਦੂਸਰੀ ਗੱਲ, 2015 ਦੇ ਵਿੱਚ ਜਦੋਂ ਇਹ ਘਟਨਾ ਵਾਪਰੀ ਬਰਗਾੜੀ ਵਾਲੀ, ਜੀ ਸ਼੍ਰੋਮਣੀ ਕਮੇਟੀ ਨੇ ਪਿੰਡਾਂ 'ਚ ਕਿਹਾ ਜੀ ਕੈਮਰੇ ਲਵਾਓ, CCTV ਕੈਮਰੇ ਲਵਾਓ, ਅਸੀਂ ਪੈਸੇ ਦੇਵਾਂਗੇ। ਤੁਸੀਂ 12-15 ਹਜ਼ਾਰ CCTV ਦਾ ਠੇਕਾ ਤਾਂ ਲੈ ਰਹੇ ਹੋ ਸਾਰੇ ਪੰਜਾਬ ਦਾ, ਜੀ ਲੋਕਾਂ ਨੂੰ ਸਿਰਫ ਆਪਣੀ ਚਮੜੀ ਬਚਾਉਣ ਵਾਸਤੇ। ਤੇ ਜਿੱਥੇ ਆਦ ਹੈ, ਜਿੱਥੇ ਮੁੱਢ ਹੈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ, ਉੱਥੇ ਦੇ CCTV ਤੁਹਾਡੇ ਕਿੱਥੇ ਨੇ? ਕਿੱਥੇ ਨੇ? ਜੇ ਤੁਹਾਡੇ CCTV ਉੱਥੇ ਕੰਮ ਕਰਦੇ ਨੇ ਤੇ ਫਿਰ ਉਹਨਾਂ ਨੂੰ ਫੋਲੋ ਤੇ ਦੇਖੋ ਵੀ ਕਵਲਜੀਤ ਸਿੰਘ ਜੇ ਉਹ ਜ਼ਿੰਮੇਵਾਰ ਹੈ ਤੇ ਉਹ 267 ਸਰੂਪ ਕਿੱਥੇ ਲੈ ਗਿਆ? ਜੇ ਰਿਕਾਰਡ 'ਚੋਂ ਗਾਇਬ ਨੇ ਤਾਂ ਕਿਤੇ ਤਾਂ ਗਏ ਨੇ, ਤੁਹਾਡੇ CCTV ਕੀ ਕਰਦੇ ਨੇ? ਤੇ CCTV ਤੁਹਾਡਾ ਇੱਥੇ ਵੀ ਚੁੱਪ, ਕੋਈ ਜਵਾਬ ਨਹੀਂ ਦੇ ਰਹੇ। ਇਹ ਸਿੱਧਾ ਇਸ ਗੱਲ ਦਾ ਗਮਰਾਹ ਕਰ ਰਹੇ ਨੇ। ਔਰ ਹੁਣ ਤਾਂ ਚੁੱਪੀ ਕਰ ਗਏ, ਹੁਣ ਤਾਂ ਇਹਨਾਂ ਨੇ ਦੜ ਵੱਟ ਲਈ ਵੀ ਜਿਹੜਾ ਬੋਲਦਾ ਬੋਲੀ ਜਾਓ ਬਈ, ਕੋਈ ਗੱਲ ਨਹੀਂ, ਕਿੰਨੀ ਕੁ ਦੇਰ ਬੋਲਣਗੇ। ਪਰ ਮੈਨੂੰ ਇਹ ਲੱਗਦਾ ਕਿ ਇਹ ਗੱਲ ਜਿਹੜੀ ਹੈ ਜਦੋਂ ਸਿੱਖ ਮਾਨਸਿਕਤਾ ਦੇ ਵਿੱਚ ਆ ਜਾਵੇ, ਜੇ ਇਹਨਾਂ ਨੇ ਸਹੀ ਇਹਦਾ ਜਵਾਬ ਨਾ ਦਿੱਤਾ ਕੌਮ ਨੂੰ, ਬਰਗਾੜੀ ਦਾ ਰਿਜ਼ਲਟ ਇਹਨਾਂ ਨੇ ਭੁਗਤ ਲਿਆ। ਉਹ ਰਿਜ਼ਲਟ ਕਿੱਥੇ ਭੁਗਤਿਆ ਕਿ ਜਦੋਂ 2017 ਦੀ ਇਲੈਕਸ਼ਨ ਆਈ, ਅੱਜ ਤੱਕ ਇਹ ਹਾਲ ਅਕਾਲੀ ਦਲ ਦਾ ਕਦੇ ਨਹੀਂ ਸੀ ਹੋਇਆ, ਇਤਿਹਾਸ ਦੇ ਵਿੱਚ ਨਹੀਂ ਸੀ ਹੋਇਆ ਕਿ ਅਕਾਲੀ ਦਲ ਜਿਹੜਾ ਉਹ ਆਪੋਜੀਸ਼ਨ 'ਚ ਵੀ ਨਾ ਰਹੇ। ਬਰਗਾੜੀ ਮੁੱਦਾ ਉਦੋਂ ਵੀ ਸੀ, ਅੱਜ ਵੀ ਹੈ। ਮੈਂ ਇਹਨਾਂ ਨੂੰ ਇਹ ਗੱਲ ਤੁਹਾਡੇ ਮੀਡੀਆ ਦੇ ਰਾਹੀਂ ਇਹ ਕਹਿਣੀ ਚਾਹੁੰਦਾ, ਹਾਲਾਂਕਿ ਮੇਰਾ ਕੋਈ ਪੋਲੀਟੀਕਲ ਵਿਸ਼ਾ ਨਹੀਂ ਹੈ, ਮੈਂ ਤਾਂ ਇੱਕ ਧਰਮ ਦੀ ਹੈਸੀਅਤ ਦੇ ਵਿੱਚ, ਪ੍ਰਚਾਰਕ ਦੀ ਹੈਸੀਅਤ ਦੇ ਵਿੱਚ, ਨਾਟ ਫॉर ਸ਼੍ਰੋਮਣੀ ਕਮੇਟੀ ਮੈਂਬਰ। ਸ਼੍ਰੋਮਣੀ ਕਮੇਟੀ ਮੈਂਬਰ ਤਾਂ ਹੋਰ ਵੀ ਹੈਗੇ, ਕਿੰਨੇ ਕੁ ਬੋਲੇ ਨੇ ਜੀ। ਬਿਲਕੁਲ। ਤੇ ਮੈਂ ਤਾਂ ਸੰਗਤ ਨੂੰ ਵੀ ਕਹਿਣਾ ਵੀ ਤੁਸੀਂ ਦੇਖੋ ਕਿ ਗੁਰੂ ਗ੍ਰੰਥ ਸਾਹਿਬ ਦਾ ਮਸਲਾ ਹੋਵੇ ਤੇ ਤੁਹਾਡਾ ਸ਼੍ਰੋਮਣੀ ਕਮੇਟੀ ਮੈਂਬਰ ਕੀ ਕਰ ਰਿਹਾ। ਉਹ ਇੰਨੀ ਵੀ ਉਹਦੇ 'ਚ ਹਿੰਮਤ ਨਹੀਂ ਰਹੀ ਕਿ ਉਹ ਇਹ ਪੁੱਛ ਵੀ ਲਵੇ। ਇੱਕ ਅਧਿਕਾਰ ਹੈ, ਮੈਂ ਵੀ ਤਾਂ ਪੁੱਛਿਆ ਮੀਡੀਆ ਦੇ ਥਰੂ, ਭਾਈ ਜੋ ਇਹ ਮੈਂ ਐਲੀਗੇਸ਼ਨ ਥੋੜੀ ਲਾਇਆ ਆਪਣੇ ਕੋਲੋਂ, ਨਾ ਮੈਂ ਅੱਜ ਲਾ ਰਿਹਾ, ਮੈਂ ਤਾਂ ਕਹਿ ਰਿਹਾ ਵੀ ਜਿਹੜੇ ਤੁਹਾਡੇ ਤੇ ਐਲੀਗੇਸ਼ਨ ਲੱਗੇ ਨੇ ਉਹਨੂੰ ਕਲੀਅਰ ਕਰੋ। ਤੇ ਇਹ ਜਿਹੜੀ 150 ਮਤਲਬ ਜਿਹੜਾ ਉੱਥੇ ਬੰਦਾ ਗਿਆ ਹੋਇਆ ਹੈ, ਠੀਕ ਹੈ, ਜਿਹੜੇ ਸਾਡੇ ਨਾਲ ਖੜੇ ਨੇ 10 ਤੋਂ 12 ਮੈਂਬਰ, ਉਹਨਾਂ ਨੇ ਮੈਨੂੰ ਟੈਲੀਫੋਨ ਤੇ ਕਿਹਾ ਵੀ ਅਸੀਂ ਤੁਹਾਡੇ ਨਾਲ ਹੈ, ਤੁਸੀਂ ਬਿਲਕੁਲ ਇਹ ਗੱਲ ਜਿਹੜੀ ਹੈ ਜਿਸ ਵੀ ਮੀਡੀਆ 'ਚ ਕਰਦੇ ਹੋ, ਸਾਡਾ ਉਹਨਾਂ ਦਾ ਇੱਕ ਨੁਮਾਇੰਦਗੀ ਤੋਂ। ਬਾਬਾ ਜੀ, ਜਿਵੇਂ 2016 ਦੀ ਇਹ ਘਟਨਾ, 17 ਦੇ ਵਿੱਚ ਇਲੈਕਸ਼ਨ ਕਰਕੇ ਇਹ ਚੁੱਪ ਕਰ ਗਏ, ਉਸ ਤੋਂ ਬਾਅਦ ਵੀ ਫਿਰ 17 ਤੋਂ ਬਾਅਦ ਵੀ ਆਡਿਟ ਵਗੈਰਾ ਤਾਂ ਹੁੰਦਾ ਹੋਣਾ, ਮਹੀਨੇ 6 ਮਹੀਨੇ ਸਾਲ ਬਾਅਦ, ਉਦੋਂ ਵੀ ਨਹੀਂ ਫਿਰ ਜਾ ਕੇ? ਹਰੇਕ ਸਾਲ ਆਡਿਟ ਹੁੰਦਾ ਹੈ, ਹਰੇਕ ਸਾਲ ਦਾ ਬਜਟ ਬਣਦਾ, ਜਿਹੜਾ 1200 ਕਰੋੜ ਦਾ ਬਜਟ ਬਣਦਾ, ਤੇ ਐਡੀ ਕਿਤਾਬ ਹੁੰਦੀ ਆ ਉਹ ਬਜਟ ਦੀ, ਉਹ ਜਿਹੜੀ SGPC ਮੈਂਬਰਾਂ ਦੇ ਕੋਲ ਡਾਕ ਦੇ ਥਰੂ ਆ ਜਾਂਦੀ ਹੈ, ਤੁਸੀਂ ਉਹਨੂੰ ਪੜ੍ਹ ਸਕਦੇ ਹੋ। ਇੱਕ ਇੱਕ ਗੁਰਦੁਆਰੇ ਦਾ ਇੱਕ ਇੱਕ ਛੋਟੀ ਕਾਰਵਾਈ ਜਿਹੜੀ ਹੈ ਉਹ ਆਡਿਟ ਹੁੰਦੀ ਹੈ। ਤੇ ਜਿਹੜੇ ਹੁਣ CA ਨੂੰ 8 ਲੱਖ ਤਨਖਾਹ ਦਿੱਤੀ ਜਾਂਦੀ ਹੈ, ਉਹ ਕੀ ਕਰ ਰਿਹਾ ਸੀ? ਉਹ ਕੀ ਕਰ ਰਿਹਾ ਸੀ? ਫਿਰ ਤੁਸੀਂ ਦੇਖੋ, ਬੇਈਮਾਨਾਂ ਦਾ ਸ਼ਰੇਆਮ ਇੱਕ ਬੰਦਾ ਪਤਾ ਜਿਹਨੂੰ ਤੁਸੀਂ ਅੱਜ ਕੱਢਤਾ ਵੀ 267 ਸਰੂਪਾਂ ਦਾ ਬੇਈਮਾਨਾ, ਇੱਕ ਗੁਰਦੁਆਰੇ ਦੇ 7 ਮੈਨੇਜਰ ਬਦਲਦੇ ਨੇ ਇਹ 2-2 3-3 ਮਹੀਨਿਆਂ ਦੇ ਵਿੱਚ। ਕੋਈ ਲੀਡਰ ਕਹਿੰਦਾ ਮੈਨੂੰ ਚਾਹੀਦਾ ਮੇਰਾ ਕਰਿੰਦਾ, ਕੋਈ ਕਹਿੰਦਾ ਮੈਨੂੰ ਚਾਹੀਦਾ, ਦੂਆ ਬਦਲਾ ਲਿਆਉਂਦਾ। ਫਤਿਹਗੜ੍ਹ ਸਾਹਿਬ ਤੁਸੀਂ ਜਾ ਕੇ ਬੋਰਡ ਦੇਖੋ ਮੈਨੇਜਰਾਂ ਦਾ, ਐਂ ਲੱਗਦਾ ਵੀ ਜਿਵੇਂ ਉਹਨਾਂ ਨੂੰ ਜਗ੍ਹਾ ਨਹੀਂ ਮਿਲ ਰਹੀ ਉੱਥੇ ਬੈਠਣ ਵਾਸਤੇ। ਮਹੀਨੇ 'ਚ 3-3 ਮੈਨੇਜਰ ਬਦਲੇ ਨੇ। ਤੇ ਪਬਲੀਕੇਸ਼ਨ ਡਿਪਾਰਟਮੈਂਟ ਇੱਕ ਐਡਾ ਸੈਂਸਿਟਿਵ ਜਗ੍ਹਾ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸ਼ਬਦ ਆ ਤੇ ਉਹਦਾ ਸੁਪਰਵਾਈਜ਼ ਪਤਾ ਨਹੀਂ ਕਦੋਂ ਕਿ ਚੱਲਿਆ ਰਿਹਾ, ਕਿਉਂ ਨਹੀਂ ਉਹਦੀ ਰੂਟੀਨ ਦੇ ਵਿੱਚ ਬਦਲੀ ਹੁੰਦੀ? ਇਹਦਾ ਮਤਲਬ ਗੱਲ ਮੁੱਕਦੀ ਇਹ ਆ ਵੀ ਉਸ ਬੰਦੇ ਨੇ ਜੇ ਹੁਣ ਉਹਨੇ ਆ ਕੇ ਹਿੰਮਤ ਦਿਖਾਈ ਹੈ ਤੇ ਗੱਲ ਕੀਤੀ ਹੈ, ਤਾਂ ਹੁਣ ਇਹ ਨਹੀਂ ਕਿ ਇਕੱਲੇ ਉਹਨੂੰ ਦੋਸ਼ੀ ਬਣਾਇਆ ਜਾਵੇ। ਮੈਂ ਇਹ ਕਹਿਣਾ ਵੀ ਹੋ ਸਕਦਾ ਕਿ ਉਹ ਵੀ ਤਾਂ ਦੋਸ਼ੀ ਹੋਇਆ, ਜਦ ਉਹ ਕਹਿਣ ਤੇ ਦਿੰਦਾ ਸੀ, ਉਹ ਕਿਉਂ ਦਿੰਦਾ ਸੀ? ਉਹ ਕਿਉਂ ਨਹੀਂ ਉਹਨੇ ਰੂਲ ਫੋਲੋ ਕਰੇ? ਅੱਜ ਉਹ ਧਰਮ ਪੁੱਤਰ ਜੀ ਰਜਿਸਟਰ ਨਹੀਂ ਬਣ ਜਾਊਗਾ ਇਹ ਗੱਲ ਕਹਿ ਕੇ। ਪਰ ਅਸੀਂ ਇਹ ਕਹਿੰਦੇ ਵੀ ਪਰ ਹੁਣ ਇਹ ਪਾਪ ਉਹ ਇਕੱਲੇ ਤੇ ਨਹੀਂ ਸਿੱਟਿਆ ਜਾ ਸਕਦਾ, ਇਹ ਵੱਡਾ ਗਰੋਹ ਹੈ ਤੇ ਉਹਦਾ ਸ਼ਨਾਖਤ ਹੋਣੀ ਚਾਹੀਦੀ ਹੈ ਕਿ ਉਹਦੇ ਨਾਲ ਰਲ ਕੇ। ਔਰ ਸਭ ਤੋਂ ਵੱਡੀ ਗੱਲ ਇਹ ਆ ਕਿ ਉਹਨੂੰ ਕਹਿੰਦੇ ਨੇ ਤੂੰ 5 ਲੱਖ ਰੁਪਇਆ ਦੇ ਦੇ, ਜੇ ਉਹ 5 ਲੱਖ ਦੇ ਜਵੇ, ਕੀ ਗੁਰੂ ਗ੍ਰੰਥ ਸਾਹਿਬ ਦਾ ਮਸਲਾ ਹੱਲ ਹੋ ਜਾਊਗਾ? ਫਿਰ ਬਿਲਕੁਲ ਬਿਲਕੁਲ। ਸਵਾਲ ਤਾਂ ਉੱਥੇ ਦਾ ਉੱਥੇ ਕੱਢਿਆ, ਉੱਥੇ ਦਾ ਉੱਥੇ ਹੀ ਖੜਿਆ। ਕੀ ਤੁਸੀਂ ਗੁਰੂ ਗ੍ਰੰਥ ਸਾਹਿਬ ਦਾ ਸਿਰਫ 5 ਲੱਖ ਦਾ 267 ਸਰੂਪਾਂ ਦਾ ਸੌਦਾ ਕਰ ਰਹੇ ਹੋ? ਇੱਕ ਕਮੇਟੀ ਵੀ ਬਣਾਈ ਗਈ ਹੈ, ਉਸ ਕਮੇਟੀ ਬਾਰੇ ਤੁਸੀਂ ਕੀ? ਇਹਨਾਂ ਕਮੇਟੀਆਂ ਦਾ ਕੋਈ ਮਤਲਬ ਨਹੀਂ ਜੀ, ਇਹਨਾਂ ਨੇ ਬੜੀਆਂ ਕਮੇਟੀਆਂ ਬਣਾਈਆਂ ਨੇ। ਅੱਜ ਤੱਕ ਮੈਨੂੰ ਇਹ ਦੱਸੋ ਵੀ ਕਿਹੜੀ ਕਮੇਟੀ, ਕੱਲ ਇੱਕ ਸੱਜਣ ਗਿਣ ਰਿਹਾ ਸੀ, ਇਹਨਾਂ ਦੀਆਂ 10 ਕਮੇਟੀਆਂ ਉਹਨੇ ਗਿਣੀਆਂ ਨੇ। ਕਮੇਟੀ ਤਾਂ ਉਦੋਂ ਵੀ ਬਣੀ ਸੀ, ਉਦੋਂ 2016 ਦੇ ਵਿੱਚ ਕਮੇਟੀ ਬਣੀ ਸੀ, ਜਦ ਉਹ ਕਮੇਟੀ ਜਿਹੜੀ ਨਹੀਂ ਕੁਛ ਕਰ ਪਾਈ ਮੌਕੇ ਤੇ, ਉਹ ਗਿਣਤੀ ਨਹੀਂ ਸਰੂਪਾਂ ਦੀ 10 ਪਾਈ,
ਤੇ ਅੱਜ 5 ਸਾਲਾਂ ਬਾਅਦ ਇਹ ਕਮੇਟੀ ਕੀ ਕਰੂਗੀ? ਇਹ ਕਮੇਟੀ ਸਿਰਫ ਇਹ ਕਰੂਗੀ ਕਿ ਉਹ ਰਿਕਾਰਡ ਦੇ ਵਿੱਚ ਹੇਰਾਫੇਰੀ ਕਰਕੇ ਉਹ ਰਿਕਾਰਡ ਨੂੰ ਦਰੁਸਤ ਕਰਕੇ, ਕਿਉਂਕਿ ਇਹ ਪਾਪ ਜਿਹੜਾ ਹੁਣ ਉਜਾਗਰ ਹੋ ਚੁੱਕਿਆ ਤੇ ਉਹਨੂੰ ਫਿਰ ਸਹੀ ਕਰਕੇ ਫਿਰ ਉਹਨੂੰ ਰਿਕਾਰਡ ਜਿਹੜਾ ਸਵਾਰ ਕੇ ਪੇਸ਼ ਕਰਨਗੇ ਤੇ ਫਿਰ ਤੁਹਾਡੇ ਮੇਰੇ ਵਰਗੇ ਜਿਹੜੇ ਗੱਲ ਕਰਦੇ ਨੇ ਉਹਨਾਂ ਨੂੰ ਕਹਿਣਗੇ ਵੀ ਇਹ ਦੇਖੋ ਜੀ ਇਹ ਗੁਰੂ ਘਰ ਨੂੰ ਬਦਨਾਮ ਕਰ ਰਹੇ ਨੇ, ਬਿਨਾਂ ਵਜ੍ਹਾ ਬੋਲਣ ਦੀ ਥਾਂ ਬਣਾ ਲੈਣਗੇ। ਉਹ ਥਾਂ ਬਣਾ ਲੈਣਗੇ। ਅੱਬਲਾ ਤਾਂ ਬੋਲਣਗੇ ਨਹੀਂ, ਜਿੱਥੇ ਤੱਕ ਮੈਨੂੰ ਖਿਆਲ ਹੈ, ਕਿਉਂਕਿ ਜਿੰਨਾ ਬੋਲਣਗੇ ਉਹਨਾਂ ਫਸਣਗੇ ਤੇ ਇਹ ਦੋ ਹੀ ਕੰਮ ਕਰਨਗੇ। ਤੇ ਬਾਬਾ ਜੀ ਫਿਰ ਹੁਣ ਇਨਸਾਫ ਦੀ ਆਸ ਕਿੱਥੋਂ ਦਿਸਦੀ ਹੈ? ਕਿਤੋਂ ਵੀ ਨਹੀਂ ਦਿਸਦੀ ਅੱਜ ਤੱਕ। ਨਾ ਬਰਗਾੜੀ ਦਾ ਇਨਸਾਫ ਜਿਹੜਾ ਉਹ ਮਿਲਿਆ, ਉਹਦੇ ਤੇ ਰਾਜਨੀਤੀ ਹੋ ਰਹੀ ਹੈ ਤੇ ਇਹਦਾ ਇਨਸਾਫ ਕੌਣ ਦੇਊਗਾ? ਮੈਨੂੰ ਇਹ ਗੱਲ ਦੱਸੋ। ਇਸ ਦੀ ਇਨਵੈਸਟੀਗੇਸ਼ਨ ਕਿਸੇ ਰਿਟਾਇਰਡ ਸਿੱਖ ਜਗਤ ਤੋਂ ਕਰਵਾਈ ਜਾਵੇ ਤੇ ਉੱਥੇ ਆਰਗੇਨਾਈਜੇਸ਼ਨ ਨੂੰ ਵੀ ਸੱਦਿਆ ਜਾਵੇ, ਸ਼੍ਰੋਮਣੀ ਕਮੇਟੀ ਨੂੰ ਵੀ ਸੱਦਿਆ ਜਾਵੇ, ਕਬਲਜੀਤ ਸਿੰਘ ਨੂੰ ਵੀ ਸੱਦਿਆ ਜਾਵੇ, ਰਿਕਾਰਡ ਪੇਸ਼ ਹੋਵੇ, ਉਹਦੇ ਮੁਤਾਬਕ ਉਹ ਕੋਈ ਫੈਸਲਾ ਦੇਵੇ ਤੇ ਸਾਨੂੰ ਗਵਾ। ਤੇ ਹੁਣ ਜਿਹੜੇ ਬੰਦੇ ਸਿੱਧੀ ਇੱਕ ਬੰਦਿਆਂ ਦੇ ਲੱਗ ਗਿਆ ਵੀ ਤੁਸੀਂ ਇੱਕ ਸਿਸਟਮ ਹੈ, ਵੀ ਉਹ ਸਾਰਾ ਸਿਸਟਮ ਕਰਪਟ ਹੋ ਕੇ ਉਹਨੇ ਇਹ ਕਰਿਆ, ਤੇ ਹੁਣ ਕੀ ਇਹ ਜਾਂਚ ਕਮੇਟੀ ਇਹ ਕਹਿ ਦੂਗੀ ਵੀ ਇਹ ਸ਼੍ਰੋਮਣੀ ਕਮੇਟੀ ਅਪਰਾਧੀ ਹੈ ਇਸ ਗੱਲ ਦੇ ਵਿੱਚ? ਜਦੋਂ ਮੈਂ ਅਪਰਾਧ ਕੀਤਾ ਤੇ ਮੈਂ ਖੁਦ ਹੀ ਆਪਣੀ ਜਾਂਚ ਕਿਵੇਂ ਕਰ ਲੂੰਗਾ? ਮੈਂ ਕਿਵੇਂ ਆਪਣੀ ਜਾਂਚ ਕਰਕੇ ਦੱਸ ਦੂੰਗਾ ਕਿ ਹਾਂ ਮੈਂ ਗਲਤ ਹਾਂ? ਇਹਦੇ ਤੇ ਯਕੀਨ ਨਹੀਂ ਕੀਤਾ ਜਾਂਦਾ। ਬਾਬਾ ਜੀ ਇਹਨਾਂ ਲੋਕਾਂ ਨੂੰ ਗੁਰੂ ਤੋਂ ਜ਼ਿਆਦਾ ਵਿਅਕਤੀ ਵਿਸ਼ੇਸ਼ ਪਿਆਰੇ ਹੋ ਗਏ। ਗੁਰੂ ਦਾ ਡਰ ਨਹੀਂ, ਆਪਣੇ ਕਾਮਾਂ ਦਾ ਡਰ ਹੈ। ਕੁਛ ਕਹਿ ਲਓ ਜੀ, ਇਹਨਾਂ ਨੂੰ ਗੁਰੂ ਲੋਗਨ ਰਾਮ ਖਲੋਨਾ ਜਾਣਾ, ਜਿਹੜੀ ਗੱਲ ਗੁਰੂ ਸਾਹਿਬ ਕਹਿੰਦੇ ਕਿ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਬਹੁਤ ਇਹਨਾਂ ਨੇ ਇਸ ਤਰੀਕੇ ਨਾਲ ਲੱਗ ਰਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਕੀਮਤ ਇਹਨਾਂ ਨੂੰ ਪਤਾ ਨਹੀਂ। ਇਹਨਾਂ ਦੇ ਮਨਾਂ 'ਚ ਡਰ ਵੀ ਨਹੀਂ ਰਿਹਾ, ਕਿਉਂਕਿ ਜਿਵੇਂ ਬੇਅਦਬੀਆਂ ਜਾਂ ਹੋਰ ਤੇ ਸਾਨੂੰ ਗੁਰੂ ਸਾਹਿਬ ਇਹ ਸੰਦੇਸ਼ ਦੇ ਕੇ ਜਾਣ ਕਿ ਜੋ ਸਿੱਖ ਗੁਰਬਾਨੀ ਭੈ ਕਰਹਿ ਬਿਨ ਪ੍ਰਯਾਸ ਭਵ ਸਾਗਰ ਤਰੈ, ਜਿਨ ਭੈ ਬਾਣੀ ਅਦਬ ਨਾ ਧਾਰਾ ਜਾਨੋ ਸੋ ਸਿੱਖ ਨਹੀਂ ਹਮਾਰਾ। ਪਰ ਇਹ ਲੋਕ ਮੈਂ ਸਮਝਦਾ ਕਿ ਕਿੱਡੀ ਬੇਸ਼ਰਮੀ ਦੇ ਨਾਲ ਤੇ ਹਜੇ ਵੀ ਉਹਨਾਂ ਕੁਰਸੀਆਂ ਤੇ ਬੈਠੇ ਨੇ ਤੇ ਆਪਣੇ ਆਪ ਨੂੰ ਜਸਟੀਫਾਈ ਕਰ ਰਹੇ ਨੇ। ਤੁਸੀਂ ਇਮਾਨਦਾਰੀ ਤੁਹਾਡੇ ਅੰਦਰ ਹੋਵੇ, ਗੁਰੂ ਦਾ ਭੈ ਹੋਵੇ, ਗੁਰੂ ਦਾ ਸਨਮਾਨ ਤੇ ਸਤਿਕਾਰ ਹੋਵੇ, ਤੁਸੀਂ ਤੇ ਅਸਲ ਵਿੱਚ ਦੱਸੋ ਕਿ ਇਹ ਸਰੂਪ ਗਏ ਤਾਂ ਗਏ ਕਿੱਥੇ? ਇਹਨਾਂ ਦੇ ਵਿੱਚ ਇੱਕ ਗੱਲ ਨਵੀਂ ਜਿਹੜੀ ਸਾਹਮਣੇ ਆਈ ਹੈ, ਸੁਖਦੇਵ ਸਿੰਘ ਭੌਰ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਸਾਡੇ ਇਲਾਕੇ ਦੇ ਵਿੱਚ ਇੱਕ ਡੇਰਾ, ਉਸ ਡੇਰੇ ਵਾਲਿਆਂ ਨੇ 40 ਸਰੂਪ ਮੰਗੇ ਸੀ। ਬਈ ਬਤੌਰ ਸ਼੍ਰੋਮਣੀ ਕਮੇਟੀ ਮੈਂਬਰ ਮੈਂ ਉਹਨੂੰ ਵੈਰੀਫਾਈ ਨਹੀਂ ਕੀਤਾ, ਮੈਂ ਲਿਖਤਾ ਵੀ ਇੱਥੇ ਮਰਜ਼ਾਦਾ ਨਹੀਂ ਹੈ, ਲੱਗਦਾ ਨਹੀਂ। ਪਰ ਕਹਿੰਦੇ ਉਸ ਵਕਤ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਸਿੱਧੇ ਹੀ ਮਤਲਬ ਜਿਹੜਾ ਹੁਕਮ ਦੇ ਕੇ 40 ਸਰੂਪ ਦਾ ਉੱਥੇ ਪਹੁੰਚਾਤੇ। ਇੱਦਾਂ ਜਿਹੜੇ ਸਰੂਪ, ਕਹਿਣ ਦਾ ਮਤਲਬ ਇਹ ਆ ਵੀ ਇਹ ਇੱਕ ਮੋਰੀ ਹੈ। ਲੋਕਾਂ ਦੇ ਘਰਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਾਣ ਤੇ ਪਾਬੰਦੀ ਹੈ ਅਕਾਲ ਤਖਤ ਵੱਲੋਂ, ਕਿਉਂਕਿ ਗੁਰੂ ਘਰ ਦੀ ਇੱਕ ਮਰਜ਼ਾਦਾ ਹੈ, ਨਹੀਂ ਉਹ ਮਰਜ਼ਾਦਾ ਰੱਖੀ ਜਾ ਸਕਦੀ ਘਰ ਦੇ ਵਿੱਚ। ਹੋ ਸਕਦਾ ਹੈ ਕਿ ਸਿਫਾਰਸ਼ਾਂ ਦੇ ਨਾਲ ਲੋਕਾਂ ਦੇ ਘਰਾਂ 'ਚ ਸਰੂਪ ਚਲੇ ਗਏ ਹੋ ਸਕਦਾ ਕੁਝ ਅਜਿਹੇ ਲੋਕਾਂ ਦੇ ਕੋਲ ਵੀ ਸਰੂਪ ਚਲੇ ਗਏ ਹੋਣ ਜਿਹੜੇ ਗੁਰੂ ਗ੍ਰੰਥ ਸਾਹਿਬ ਤੇ ਜਿਨ੍ਹਾਂ ਦੇ ਨਿਰਾਦਰ ਕਰਨ ਦੇ ਦੋਸ਼ ਲੱਗੇ ਨੇ। ਸੋ ਇਹ ਹੁਣ ਜਿਤਨੇ ਮੂੰਹ ਉਤਨੀਆਂ ਬਾਤਾਂ ਹੋਣਗੀਆਂ, ਪਰ ਇਹਦਾ ਨਿਆਂ ਕੌਣ ਦਊਗਾ? 80 ਸਰੂਪ ਇਹ ਕਹਿੰਦੇ ਨੇ 14 ਨੇ, ਉਹ ਕਹਿੰਦਾ 80 ਨੇ, ਹਾਂਜੀ। ਤੇ ਵਾਕਈ ਫਿਰ ਜੇ 14 ਹੁੰਦੇ ਤਾਂ ਫਿਰ ਇਹ ਰਿਕਾਰਡ 'ਚ ਦਰਜ ਕਰ ਲੈਂਦੇ। ਇਹ ਸ਼ਾਇਦ ਰਿਕਾਰਡ 'ਚ ਦਰਜ ਹੈ ਕਿ 5 ਬੱਸਾਂ ਲੈ ਕੇ ਗਏ ਸੀ ਉੱਥੇ। ਜੇਕਰ 14 ਸਰੂਪ ਨੇ ਤਾਂ ਫਿਰ 5 ਬੱਸਾਂ ਕਿਉਂ? ਇਹ ਹੁਣ ਸਾਰਾ ਹੇਰ ਫੇਰ ਕਰਨਗੇ ਇਹਦੇ ਨਾਲ। ਇਹ ਹੁਣ ਬੱਸ ਵੀ ਇੱਕ ਬਣਾਉਣਗੇ, 4 ਬੱਸਾਂ ਵੀ ਉਡਾਉਣਗੇ। ਜਿਹੜੀ ਇਹ ਕਮੇਟੀ ਬਣੀ ਹੈ ਉਹ ਇਸੇ ਵਾਸਤੇ ਬਣੀ ਹੈ। ਤੇ ਪਰ ਮੈਨੂੰ ਲੱਗਦਾ ਕਿ ਜੇ ਸ਼੍ਰੋਮਣੀ ਕਮੇਟੀ ਦੇ ਵਿੱਚ ਬੈਠੇ ਹੋਏ ਕਿਸੇ ਗੁਰੂ ਕੇ ਸਿੱਖ ਦਾ ਅਖਲਾਕ ਜਾਗਦਾ ਹੋਇਆ, ਜੇ ਉਹਦੇ ਅੰਦਰ ਗੁਰੂ ਸਾਹਿਬ ਜੀ ਦਾ ਅਦਬ ਸਤਿਕਾਰ ਹੋਇਆ, ਤੇ ਜਿਹਦੇ ਹੱਥਾਂ ਦੇ ਵਿੱਚ ਇਹ ਜਾਂਚ ਆਈ ਹੋਊਗੀ, ਕਿਉਂਕਿ ਉਸ ਅਧਿਕਾਰੀ ਨੇ ਕਿਹਾ ਕਿ ਫਲਾਣੇ ਬੰਦੇ ਤੋਂ ਜਾਂਚ ਵਾਪਸ ਲੈ ਰਹੇ ਨੇ, ਕਿਉਂਕਿ ਜੀ ਤੋਂ ਵਾਪਸ ਲੈ ਰਹੇ ਨੇ ਇਹਦਾ ਮਤਲਬ ਉਹਦੇ ਅੰਦਰ ਕੋਈ ਨਾ ਕੋਈ ਜ਼ਮੀਰ ਉਹਦੀ ਜਾਗਦੀ ਸੀ। ਤਾਂ ਮੈਂ ਉਹਨਾਂ ਗੁਰਸਿੱਖਾਂ ਨੂੰ ਅਪੀਲ ਕਰੂੰਗਾ ਕਿ ਜੇ ਇਹਨਾਂ ਨੇ ਧੋਖਾ ਕਰਨ ਦੀ ਕੋਸ਼ਿਸ਼ ਕੀਤੀ, ਜੇ 5 ਬੱਸਾਂ ਦੀ ਜਗ੍ਹਾ 1 ਬੱਸ ਬਣਾਈ, ਤਾਂ ਫਿਰ ਤੁਸੀਂ ਘੋਲ ਨਾ ਕਰਿਓ, ਆਪਣੀ ਜ਼ਮੀਰ ਜਗਾ ਕੇ ਆਪਣੀ ਆਵਾਜ਼ ਗੁਰੂ ਗ੍ਰੰਥ ਸਾਹਿਬ ਦਾ ਨਾਮ ਲੈ ਕੇ ਧਿਆਨ ਧਰ ਕੇ ਅਰਦਾਸ ਕਰਕੇ ਪੰਥ ਨੂੰ ਦੱਸ ਦਿਓ, ਤੇ ਤੁਹਾਡਾ ਵਿਗੜਨਾ ਕੱਖ ਨਹੀਂ, ਇਹਨਾਂ ਦਾ ਰਹਿਣਾ ਕੱਖ ਨਹੀਂ। ਤੋ ਇਸ ਕਰਕੇ ਜਿਹੜਾ ਇਹ ਹਾਲਾਤ ਜਿਹੜੇ ਨੇ ਇਸ ਤਰ੍ਹਾਂ ਦੇ ਇਹ ਬਣ ਚੁੱਕੇ ਨੇ, ਤੇ ਬੜੀ ਸ਼ਰਮ ਦੀ ਗੱਲ ਆ ਕਿ ਕਦੇ ਅਸੀਂ ਚਰਚਾ ਕਰਦੇ ਕਿ ਗੁਰੂ ਗ੍ਰੰਥ ਸਾਹਿਬ ਦਾ ਬੇਅਦਬੀ ਭਨਿਆਰੇ ਵਾਲੇ ਨੇ ਕਰੀ, ਸਿਰਸੇ ਵਾਲੇ ਨੇ ਕਰੀ, ਤਾਂ ਆਪਣਿਆਂ ਤੇ ਹੀ ਆਉਣ ਲੱਗ ਗਈ ਵੀ ਗੱਲ। ਹਾਂ, ਤੇ ਸਾਡਾ ਸਿਰ ਜਿਹੜਾ ਉਹ ਸ਼ਰਮ ਨਾਲ ਝੁਕ ਜਾਂਦਾ ਕਿ ਅਸੀਂ
ਤੇ ਕਹਿ ਵੀ ਨਹੀਂ। ਦੇਖੋ ਹੁਣ ਸਾਡੇ ਕੋਲ ਇੱਕ ਸਬੂਤ ਵੀ ਹੈ ਨਹੀਂ, ਸਿੱਧਾ ਸਾਡੇ ਕੋਲ ਸਬੂਤ ਨਹੀਂ, ਕਹੀਏ ਕਿਵੇਂ, ਤੇ ਰਿਕਾਰਡ ਜਿਹੜਾ ਉਹ ਦੱਸ ਰਿਹਾ ਹੈ ਤੇ ਸਰੂਪ ਗਾਇਬ ਨੇ, ਤੇ ਇਹਨੂੰ ਲਕੋਈਏ ਕਿਵੇਂ। ਤੋ ਇਸ ਕਰਕੇ ਇਹਨਾਂ ਦੇ ਵਿੱਚ ਜੇ ਧਰਮ ਦੀ ਅੰਸ ਹੁੰਦੀ, ਗੁਰੂ ਦਾ ਪਿਆਰ ਹੁੰਦਾ ਤਾਂ ਸਹੀ ਸਹੀ ਦੱਸ ਦਿੰਦੇ। ਮੈਂ ਕਹਿੰਦਾ ਅੱਜ ਵੀ ਦੱਸ ਦਿਓ ਵੀ ਜੀ 80 ਸਰੂਪ ਜਿਹੜੇ ਨੇ ਉਹ ਅਗਨ ਭੇਟ ਹੋ ਗਏ। ਅਸੀਂ ਕਿਹੜਾ ਕਹਿੰਦੇ ਵੀ ਤੁਸੀਂ ਜਾਣ ਕੇ ਕੀਤੇ, ਸ਼ਾਰਟ ਸਰਕਟ ਹੋ ਗਿਆ, ਅੱਜ ਮਾਫੀ ਮੰਗ ਲਓ। ਬਾਬਾ ਜੀ ਇਹੀ ਗੱਲ ਹੈ, ਜੇਕਰ ਸ਼ਾਰਟ ਸਰਕਟ ਹੋਇਆ ਤਾਂ ਫਿਰ ਇਹ ਗੱਲ ਲੁਕੋ ਕਿਉਂ ਰਹੇ ਨੇ? ਇਹ ਸਾਫ਼ ਦੱਸਦੇ ਕਾਹਤੋਂ ਨਹੀਂ? ਦੇਖੋ ਗੱਲ ਤਾਂ ਘਟਨਾ ਵਾਪਰੀ, ਗੱਲ ਤਾਂ ਇਸ ਕਰਕੇ ਨਹੀਂ ਦੱਸਦੇ ਕਿ ਇੱਕ ਸ਼੍ਰੋਮਣੀ ਕਮੇਟੀ ਦੇ ਕਸਟਡੀ ਦੇ ਵਿੱਚ ਵੀ ਉਹਨਾਂ ਦੀ ਪ੍ਰਬੰਧ ਦੇ ਵਿੱਚ ਵੀ ਪ੍ਰਬੰਧ ਦੇ ਵਿੱਚ, ਔਰ ਉਹ ਵੀ 80 ਸਰੂਪ, 80 ਸਰੂਪ ਕੋਈ ਛੋਟੀ ਜਿਹੀ ਗੱਲ ਨਹੀਂ ਜੀ। ਤੇ 80 ਸਰੂਪ ਇਸ ਤਰ੍ਹਾਂ ਬੇਅਦਬ ਹੋ ਜਾਣ ਤੇ ਸ਼੍ਰੋਮਣੀ ਕਮੇਟੀ ਫਿਰ ਬੈਠੀ ਕਾਹਦੇ ਵਾਸਤੇ ਹੈ? ਤੇ ਇਸ ਕਰਕੇ ਇਹ ਆਪਣੇ ਇਸ ਗੁਨਾਹ ਨੂੰ, ਆਪਣੇ ਇਸ ਪਾਪ ਨੂੰ ਜਿਹੜਾ ਇਹ ਛੁਪਾ ਰਹੇ ਨੇ। ਇਹ ਜਾਣ ਬੁੱਝ ਕੇ ਕੀਤੀ ਗਲਤੀ ਹੈ। ਬਿਲਕੁਲ। ਦੇਖੋ ਗਲਤੀ ਤਾਂ ਨਹੀਂ ਹੁੰਦੀ ਜਾਣ ਬੁੱਝ ਕੇ, ਗਲਤੀ ਤਾਂ ਗਲਤੀ ਹੁੰਦੀ ਹੈ, ਪਰ ਉਹਦੇ ਤੇ ਪਰਦਾ ਜਦੋਂ ਬੰਦਾ ਪਾਉਣ ਲੱਗ ਜਾਏ ਫਿਰ ਉਹ ਪਾਪ ਬਣ ਜਾਂਦਾ, ਫਿਰ ਉਹ ਜਾਣ ਬੁੱਝ ਕੇ ਹੁੰਦੀ ਆ। ਹੁਣ ਜਿਹੜੀ ਗਲਤੀ ਤਾਂ ਚਲੋ ਉਹ ਕਿਵੇਂ ਸ਼ਾਰਟ ਸਰਕਟ ਹੋਇਆ ਉਹ ਤਾਂ ਇੱਕ ਵੱਖਰਾ ਵਿਸ਼ਾ ਸੀ। ਹੁਣ ਤੁਸੀਂ ਗੱਲ ਦੇਖੋ, ਇਹਨਾਂ ਨੇ ਜਾਂਚ ਕਿਉਂ ਨਹੀਂ ਕਰਾਈ ਉਸ ਗੱਲ ਦੀ? ਜੇ 14 ਸਰੂਪੇ ਸੀ, 14 ਸਰੂਪ ਗੁਰੂ ਗ੍ਰੰਥ ਸਾਹਿਬ ਦੇ ਅਗਨ ਭੇਟ ਹੋਏ, ਕੀ ਇਹਨਾਂ ਦੀ ਜਾਂਚ ਨਹੀਂ ਸੀ ਹੋਣੀ ਚਾਹੀਦੀ ਵੀ ਇਹ ਕਿੱਥੋਂ ਅੱਗ ਲੱਗੀ, ਕਿਹੜੇ ਪੁਆਇੰਟ ਤੋਂ ਲੱਗੀ? ਤੇ ਉਹ ਜਾਂਚ ਕਮੇਟੀ ਜਿਹੜੀ ਬਣਾਈ ਉਹ ਕਹਿੰਦੀ ਆ ਵੀ ਗੁਰੂ ਗ੍ਰੰਥ ਸਾਹਿਬ ਭਵਨ ਬਣਾਇਆ ਜਾਊਗਾ ਵੱਡਾ, ਮਤਲਬ ਹੋਰ ਕਮਿਸ਼ਨ ਖਾਣ ਵਾਸਤੇ ਹੋਰ ਤਿਆਰੀ ਕਰ ਲਈ, ਬਿਲਡਿੰਗ ਵੱਡੀ ਕਰ ਲਓ ਤੇ ਉਹਦਾ ਆਪਣਾ ਰਾਹ ਕੱਢ ਲਿਆ। ਪਰ ਉਹਦਾ ਚਾਹੀਦਾ ਇਹ ਸੀ, ਜੇ ਇਹ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਸੱਚੇ ਪੈਰੋਕਾਰ ਹੁੰਦੇ ਨਾ, CCTV ਫੁਟੇਜ ਜਿਹੜੀਆਂ ਨੇ ਉਹ ਬਾਹਰ ਆਉਂਦੀਆਂ। ਠੀਕ ਹੈ ਜੀ। ਨੰਬਰ 2 ਤੇ ਫੋਰੈਂਸਿਕ ਜਾਂਚ ਹੁੰਦੀ ਉਹਦੀ, ਜੇ ਇਹਨਾਂ ਨੂੰ ਗੁਰੂ ਦਾ ਭੈ ਤੇ ਅਦਬ ਸਤਿਕਾਰ ਹੁੰਦਾ, ਉਹਦੀ ਫੋਰੈਂਸਿਕ ਜਾਂਚ ਹੁੰਦੀ, ਉਹ ਲੈਬ 'ਚ ਜਾਂਦੀ ਤੇ ਪੂਰਾ ਪਤਾ ਲੱਗਦਾ ਵੀ ਕਿਵੇਂ ਹੋਇਆ ਜੀ। ਇਹ ਕੰਮ ਕਰਦੇ, ਫਿਰ ਇਹ ਪਛਤਾਤਾਪ ਕਰਦੇ, ਇਹ ਅਖੰਡ ਪਾਠ ਸਾਹਿਬ ਕਰਾਉਂਦੇ, ਇਹ ਸਾਰੇ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਬੁਲਾਉਂਦੇ ਬਲਕਿ ਉਹਦੇ ਤੇ ਕਿ ਭਾਈ ਇਹ ਐਡਾ ਵੱਡਾ ਕੰਮ ਹੋ ਗਿਆ, ਆਓ ਆਪਾਂ ਸਾਰੇ ਰਲ ਕੇ ਗੁਰੂ ਸਾਹਿਬ ਤੋਂ ਮਾਫੀ ਮੰਗੀਏ। 3 ਗੱਲਾਂ ਕਰਦੇ ਤਾਂ ਸਾਨੂੰ ਲੱਗਦਾ ਕਿ ਠੀਕ ਹੈ ਕਿ ਗਲਤੀ ਤਾਂ ਹੁਣ ਇਹਨਾਂ ਦੀ ਹੈ ਨਹੀਂ, ਕੁਦਰਤੀ ਵੱਲੋਂ ਇਹ ਹੋ ਗਿਆ ਤੇ ਇਹ ਸੱਚੇ ਨੇ। ਜਾਂ ਫਿਰ ਇੱਦਾਂ ਸਮਝਿਆ ਹੋਇਆ ਇਹਨਾਂ ਨੇ ਵੀ ਕਿਸੇ ਨੂੰ ਦੱਸਣ ਦੀ ਜ਼ਰੂਰਤ ਨਹੀਂ, ਐਡਾ ਮਸਲਾ ਨਾ ਸਮਝਿਆ ਹੋਏ ਵੀ ਚਲੋ ਜੋ ਹੋ ਗਿਆ ਕਿਸੇ ਨੂੰ ਦੱਸਣ ਦੀ ਕੀ ਲੋੜ ਹੈ। ਬਿਲਕੁਲ ਜੀ, ਬਿਲਕੁਲ ਇਹੀ ਗੱਲ ਆ। ਇਸ ਕਰਕੇ ਮਤਲਬ ਇਹਨਾਂ ਦੇ ਲਈ ਤਾਂ ਐ ਤਾਂ ਮੈਂ ਕਹਿੰਦਾ ਕੋਈ ਕਿਸੇ ਦੇ ਘਰ ਦੇ ਵਿੱਚ ਕੋਈ ਕਿਸੇ ਕਿਤਾਬ ਨੂੰ ਅਗਨ ਭੇਟ ਹੋ ਜਾਵੇ, ਐਦਾਂ ਹੋ ਜਾਵੇ ਤੇ ਬੰਦੇ ਦਾ ਮਨ ਤਾਂ ਬੇਚੈਨ ਹੋ ਜਾਂਦਾ ਉਹਦੇ ਤੇ, ਜਿਹਦੇ ਵਿੱਚ ਬਾਣੀ ਨਾ ਵੀ ਲਿਖੀ ਹੋਵੇ, ਕੋਈ ਚੰਗੀਆਂ ਗੱਲਾਂ ਲਿਖੀਆਂ ਹੋਣ ਜਿਹਦੇ ਨਾਲ ਸਮਾਜ ਦੇ ਬੰਦੇ ਨੂੰ ਕੋਈ ਸੇਧ ਮਿਲਦੀ ਹੋਵੇ, ਬੰਦਾ ਉਹ ਨਹੀਂ, ਉਹਦਾ ਮਨ ਪੁੱਛੋ ਉਹਨਾਂ ਲੋਕਾਂ ਨੂੰ ਵੀ ਕਿਤਾਬ ਦੀ ਕੀਮਤ ਕੀ ਹੁੰਦੀ ਹੈ ਜਿਹੜੇ ਕਿਤਾਬਾਂ ਪੜ੍ਹਦੇ ਨੇ। ਬਿਲਕੁਲ। ਤੁਸੀਂ ਜਰਨਲਿਜ਼ਮ ਕੀਤੀ ਹੈ, ਤੁਹਾਨੂੰ ਪਤਾ ਹੋਊਗਾ ਕਿਤਾਬ ਦੀ ਕੀਮਤ ਕੀ ਆ। ਮੈਂ ਵਿਦਿਆ ਦੇ ਅੱਖਰ ਪੜ੍ਹੇ ਨੇ, ਵਿਦਾਨ ਤੱਕ ਪੜ੍ਹਿਆ, ਮੈਨੂੰ ਪਤਾ ਕਿਤਾਬ ਦੀ ਕੀਮਤ ਕੀ ਆ। ਤੇ ਸਾਡੀ ਕਿਤਾਬ ਕੋਈ ਮੰਗ ਕੇ ਲੈ ਜਾਵੇ, ਬੰਦੇ ਨੂੰ ਸਬਰ ਨਹੀਂ ਆਉਂਦਾ ਜਿੰਨੀ ਦੇਰ ਅਸੀਂ ਉਹ ਤੋਂ ਵਾਪਸ ਨਾ ਲੈ ਲਈਏ। ਬਿਲਕੁਲ। ਤੇ ਇੱਕ ਕਿਤਾਬ ਦਾ ਐਦਾਂ ਹਾਦਸਾ ਵਾਪਰ ਜਾਵੇ, ਬੰਦਾ ਉਹ ਬਰਦਾਸ਼ਤ ਨਹੀਂ ਕਰਦਾ। ਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਅਗਨ ਭੇਟ ਹੋ ਜੇ ਤੇ ਇਹ ਅੱਜ ਉਹਦੇ ਤੇ ਪਰਦੇ ਪਾਉਣ ਤੇ ਜਿਹੜੇ ਸਵਾਲ ਕਰਨ ਉਹਨਾਂ ਨੂੰ ਕਹਿੰਦੇ ਨੇ ਇਹ ਰਾਜਨੀਤੀ ਕਰਦੇ ਹੋ। ਕਿਹੜੀ ਰਾਜਨੀਤੀ ਹੈ ਮੈਨੂੰ ਗੱਲ ਦੱਸੋ। ਇੱਕ ਸਿੱਖ ਹੋਣ ਦੇ ਨਾਤੇ, ਇੱਕ ਪ੍ਰਚਾਰਕ ਹੋਣ ਦੇ ਨਾਤੇ ਤੁਹਾਨੂੰ ਇਹ ਗੱਲ ਪੁੱਛ ਲਈ ਜਾਵੇ, ਇਹ ਰਾਜਨੀਤੀ ਹੈ? ਤੁਸੀਂ ਕਾਨੂੰਨ ਬਣਾਏ ਕਿ ਜਿਸ ਗੁਰਦੁਆਰੇ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਊਗੀ, ਉੱਥੋਂ ਦੇ ਗ੍ਰੰਥੀ ਸਿੰਘ ਤੇ ਉੱਥੋਂ ਦੀ ਕਮੇਟੀ ਤੇ ਪਰਚਾ ਦਰਜ ਕਰਾਵਾਂਗੇ। ਫਰੀਦਕੋਟ ਦੇ ਇਲਾਕੇ ਵਿੱਚ ਦਮਦਮਾ ਸਾਹਿਬ ਦੇ ਜਥੇਦਾਰ ਤੇ ਇਹਨਾਂ ਦੀ ਟੀਮ ਨੇ ਜਾ ਕੇ ਇੱਕ ਜਗ੍ਹਾ ਤੇ ਕਰਾਇਆ। ਹਾਲਾਂਕਿ ਇੱਕ ਪਿੰਡ ਦੀ ਕਮੇਟੀ ਦਾ ਕੀ ਕਸੂਰ ਆ ਉਹਦੇ ਵਿੱਚ? ਹੁਣ ਕਮੇਟੀ ਤਾਂ ਇੱਕ ਪ੍ਰਬੰਧ ਕਰਦੀ ਹੈ, ਘਰੋਂ ਘਰੀ ਬੈਠੇ ਨੇ, ਕੋਈ ਹਾਦਸਾ ਗੁਰਦੁਆਰਾ ਸਾਹਿਬ ਵਾਪਰ ਗਿਆ, ਠੀਕ ਹੈ ਜੀ, ਤੇ ਕਮੇਟੀ ਦੇ ਪਰਚਾ, ਚਲੋ ਠੀਕ ਹੈ ਵੀ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ। ਤੇ ਹੁਣ ਤੁਹਾਡੇ ਤੇ FIR ਕਿਉਂ ਨਾ ਹੋਵੇ? ਸਵਾਲ ਤਾਂ ਇਹ, ਅੱਜ ਉਹ ਪਰਚਾ ਤੁਹਾਡੇ ਤੇ ਕਿਉਂ ਨਹੀਂ ਹੋ ਰਿਹਾ? ਹੁਣ ਜੇ ਇਹ ਮੌਜੂਦਾ ਸਰਕਾਰ ਹੈ, ਜੇ ਇਹ ਕੋਸ਼ਿਸ਼ ਕਰੂਗੀ ਫਿਰ ਕਹਿਣਗੇ ਜੀ ਆ ਕਾਂਗਰਸ ਸਾਡੇ ਤੇ ਧੱਕਾ ਕਰ ਰਹੀ ਹੈ, ਸਾਡੇ ਗੁਰਧਾਮਾਂ ਤੇ ਦਖਲਦਾ ਜੀ, ਫਿਰ ਇਹਨਾਂ ਕੋਲ ਹੈਗਾ ਪੰਡਾ। ਮੈਂ ਤਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਅਪੀਲ ਕਰਦਾ ਕਿ ਜੇ ਸੱਚੀ ਸੁੱਚੀ ਸਿੱਖੀ ਹੈ, ਤੁਹਾਡੇ ਅੰਦਰ ਕੋਈ ਗੁਰੂ ਸਾਹਿਬ ਦਾ ਭੈ ਹੈ, ਤਾਂ ਬਿਨਾਂ ਝਿਜਕ ਤੋਂ, ਬਿਨਾਂ ਦੇਰੀ ਤੋਂ ਪਹਿਲਾਂ FIR ਕਰੋ, ਜਿਵੇਂ ਇਹਨਾਂ ਨੇ ਬਰਗਾੜੀ ਦੀ ਕਰੀ ਸੀ ਅਣਪਛਾਤਿਆਂ ਤੇ। ਅੱਜ ਲੋੜ ਹੈ ਕਿ ਤੁਰੰਤ FIR ਦਰਜ ਹੋਵੇ ਅਣਪਛਾਤਿਆਂ ਤੇ,
ਤੇ ਫਿਰ ਪਛਾਣ ਜਿਵੇਂ ਹੁਣ ਬਰਗਾੜੀ ਵਾਲਿਆਂ ਦੀ ਹੋ ਰਹੀ ਹੈ ਨਾ, ਕਦੇ 7 ਫੜ ਲਏ ਕਦੇ 2 ਫੜ ਲਏ, ਤੇ ਇਦਾਂ ਫਿਰ ਇਹਨਾਂ ਦੀ ਪਛਾਣ ਹੋਵੇ ਤੇ ਕਿਹੜਾ ਕਿਹੜਾ ਜਿਉਂ ਜਿਹਦਾ ਰੋਲ ਹੋਵੇ ਉਹਦੇ ਤੇ ਪਰਚਾ ਦਰਜ ਹੋਣਾ ਚਾਹੀਦਾ। ਬਾਬਾ ਜੀ, ਇਹ ਨਿੱਤ ਵਾਪਰਦੀਆਂ ਘਟਨਾਵਾਂ ਇਹ ਰੁਕਣਗੀਆਂ ਕਿਵੇਂ? ਦੇਖੋ, ਇਹਦੇ ਲਈ ਸਿੱਖਾਂ ਨੂੰ ਅਵੇਅਰ ਹੋਣਾ ਪੈਣਾ ਤੇ ਗੁਰੂ ਗ੍ਰੰਥ ਸਾਹਿਬ ਦੀ ਤਾਕਤ, ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਸ਼ਕਤੀ ਹੈ, ਗੁਰੂ ਗ੍ਰੰਥ ਸਾਹਿਬ ਦਾ ਸਿਧਾਂਤ, ਇਹ ਸਮਝਣਾ ਪੈਣਾ। ਅਸੀਂ ਵੀ, ਮੈਂ ਦੇਖ ਰਿਹਾ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਇੱਕ ਜ਼ਰੀਆ ਜਿਹਾ ਬਣਾਇਆ ਹੋਇਆ ਹੈ। ਦੇਖੋ ਹੁਣ ਤੁਸੀਂ ਦੇਖੋ ਪਿੰਡਾਂ ਦੇ ਵਿੱਚ, ਹੁਣ ਤਾਂ ਚਲੋ ਕਰੋਨਾ ਚੱਲ ਪਿਆ, ਜਦੋਂ ਕਿਤੇ ਭੋਗ ਪੈਂਦਾ, ਮਰਗਤ ਦਾ ਭੋਗ ਹੁੰਦਾ, ਮੈਂ ਖੁਦ ਮਹਿਸੂਸ ਕਰਦਾ, ਲੋਕੀ ਡੀਕਦੇ ਰਹਿੰਦੇ ਨੇ ਲੀਡਰ ਦੇ ਭਾਸ਼ਣ ਨੂੰ, ਕੋਈ ਨਹੀਂ ਹਿਲਦਾ। ਭੋਗ ਪੈ ਗਿਆ, ਅਰਦਾਸ ਹੋ ਗਈ, ਉਦੋਂ ਬਾਅਦ ਲੀਡਰ ਦਾ ਭਾਸ਼ਣ ਸ਼ੁਰੂ ਹੋ ਗਿਆ, ਉਦੋਂ ਬਾਅਦ ਦੇਗ ਵਰਤ ਗਈ, ਤੇ 5-7 ਮਿੰਟਾਂ ਬਾਅਦ ਕੱਲਾ ਗ੍ਰੰਥੀ ਸਿੰਘ ਤੇ ਗੁਰੂ ਗ੍ਰੰਥ ਸਾਹਿਬ ਰਹਿ ਜਾਂਦਾ, ਸਾਰਾ ਟੈਂਟ ਖਾਲੀ ਹੋ ਜਾਂਦਾ, ਤੇ ਉਹ ਬੇਅਦਬੀ ਨਹੀਂ ਕਰਦੇ ਤਾਂ ਹੋਰ ਕੀ ਕਰਦੇ ਨੇ? ਬਿਲਕੁਲ ਜੀ। ਉੱਥੇ ਗ੍ਰੰਥੀ ਸਿੰਘ ਨੂੰ, ਪਰਿਵਾਰ ਵਾਲਿਆਂ ਨੂੰ ਚਾਹੀਦਾ ਹੈ, ਜਿਸ ਟਾਈਮ ਦੇਗ ਵਰਤਣੀ ਸ਼ੁਰੂ ਹੋ ਗਈ, ਗੁਰੂ ਗ੍ਰੰਥ ਸਾਹਿਬ ਦਾ ਸਿਖਾਸਨ ਕਰੋ, ਲੋਕਾਂ ਨੂੰ ਅਪੀਲ ਕਰੋ, ਤਾਂ ਕਿ ਫਟਾਫਟ ਲੋਕਾਂ ਦੇ ਜਾਣ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਸਰੂਪ ਉੱਥੋਂ ਰਵਾਨਾ ਹੋ ਜੇ ਤੇ ਲੋਕੀ ਸਤਿਕਾਰ ਨਾਲ ਖਾਣ। ਤੇ ਲੋਕਾਂ ਦੇ ਵਿਆਹਾਂ ਦੇ, ਸ਼ਾਦੀਆਂ ਦੇ ਭੋਗਾਂ ਦੇ ਵਿੱਚ ਆਪਾਂ ਹਾਲ ਦੇਖਿਆ ਕਿ ਤੁਸੀਂ ਹੁਣ ਤੁਹਾਨੂੰ ਦੱਸੋ ਵੀ ਇਹ ਸੁੱਖਿਆ ਹੀ ਹੋਇਆ ਵੀ ਕੋਈ ਗੁਰੂ ਗ੍ਰੰਥ ਸਾਹਿਬ ਜ਼ਰੂਰ ਲਿਆਉਣਾ ਆਪਣੇ ਘਰ, ਸੁਖਮਨੀ ਸਾਹਿਬ ਦਾ ਪਾਠ ਕਰਾ ਲਓ। ਤੁਸੀਂ ਗੁਰੂ ਗ੍ਰੰਥ ਸਾਹਿਬ ਦਾ ਅਖੰਡ ਪਾਠ ਸਾਹਿਬ ਕਰਾ ਲਿਆ, 10 ਵਜੇ ਭੋਗ ਪੈ ਗਿਆ, ਤੇ ਸ਼ਾਮ ਨੂੰ ਤੁਹਾਡੇ ਘਰ ਦੇ ਵਿੱਚ ਡੀਜੇ ਤੇ ਸ਼ਰਾਬਾਂ ਚੱਲਦੀਆਂ, ਕੀ ਬਾਣੀ ਦਾ ਪ੍ਰਤਾਪ ਰਹੇਗਾ ਤੁਹਾਡੇ ਘਰ ਦੇ ਵਿੱਚ? ਬਿਲਕੁਲ ਬਿਲਕੁਲ। ਇਸ ਕਰਕੇ ਇਹ ਚੀਜ਼ਾਂ ਨੂੰ ਕੌਣ ਰੋਕੂਗਾ? ਕਿਹਦਾ ਫਰਜ਼ ਆ? ਕੱਲਾ ਇਹ ਨਹੀਂ, ਇਹ ਸਾਰੇ ਤੋਂ ਹੀ ਅਸੀਂ ਇਹ ਸਾਰਾ ਕੁਝ ਕਰ ਰਹੇ ਹਾਂ। ਇਸ ਲਈ ਮੈਂ ਇਹੀ ਅਪੀਲ ਕਰਦਾ ਕਿ ਗੁਰੂ ਕੇ ਸਿੱਖੋ, ਜੇ ਤੁਸੀਂ ਘਰ ਦੇ ਵਿੱਚ ਸ਼ਰਾਬਾਂ ਚਲਾਉਣੀਆਂ ਨੇ, ਘਰ ਦੇ ਵਿੱਚ ਡੀਜੇ ਲਵਾਉਣੇ ਨੇ, ਤੇ ਘਰ ਦੇ ਵਿੱਚ ਨਾਚ ਬਾਚ ਕਰਨਾ, ਤੇ ਫਿਰ ਕਿਰਪਾ ਕਰਕੇ ਗੁਰੂ ਗ੍ਰੰਥ ਸਾਹਿਬ ਨੂੰ ਆਪਣੇ ਘਰ ਦੇ ਵਿੱਚ ਨਾ ਲਿਆਓ, ਗੁਰਦੁਆਰੇ ਜਾ ਕੇ ਭਾਈ ਜੀ ਤੋਂ ਅਰਦਾਸ ਕਰਾ ਲਓ। ਹੋ ਸਕਦਾ ਉੱਥੇ ਤੁਹਾਡੀ ਕੋਈ ਕੋਈ ਮਹਾਰਾਜ ਸੁਣ ਲਵੇ, ਤੇ ਵਰਨਾ ਗੁਰੂ ਸਾਹਿਬ ਨੇ ਇੱਕ ਗੱਲ ਗੁਰਬਾਣੀ ਦੇ ਵਿੱਚ ਕਹੀ ਹੈ ਵੀ ਕਈ ਵਾਰੀ ਤੀਰਥਾਂ ਤੇ ਤਾਂ ਲੋਕੀ ਜਾਂਦੇ ਨੇ ਇਸ ਲਈ ਕਿ ਉੱਥੇ ਨਹਾ ਕੇ ਅਸੀਂ ਆਪਣੀ ਮੈਲ ਕੱਟ ਲਈਏ, ਇੱਕ ਭੌ ਲਾਥੀ ਨਾਤਿਆਂ, ਦੋ ਭਾਈ ਚੜੀਏ ਸੁਰ, ਤੇ ਕਈ ਵਾਰੀ ਉੱਥੋਂ ਹੋਰ ਪਾਪ ਚੜਾ ਕੇ ਆ ਜਾਂਦੇ ਨੇ, ਕਿਉਂਕਿ ਜਿਹੜੇ ਉੱਥੇ ਬੈਠ ਕੇ ਬਕਾਰ ਫੁੱਟਣੇ ਨੇ ਜਾਂ ਉੱਥੇ ਮਾੜੇ ਕੰਮ ਕਰਨੇ ਨੇ। ਤੋ ਇਸ ਲਈ ਇਹ ਕੋਈ ਇਹ ਜ਼ਰੂਰੀ ਨਹੀਂ ਹੈ ਕਿ ਇਸ ਤਰੀਕੇ ਦੇ ਨਾਲ ਗੁਰੂ ਦੀ ਜੇ ਖੁਸ਼ੀ ਲੈਣੀ ਹੈ, ਫਿਰ ਗੁਰੂ ਦੇ ਸਿਧਾਂਤ ਦੇ ਮੁਤਾਬਕ ਜਦੋਂ ਅਖੰਡ ਪਾਠ ਸਾਹਿਬ ਦਾ ਭੋਗ ਪੈ ਗਿਆ, ਪ੍ਰਸ਼ਾਦਾ ਤੁਸੀਂ ਲੋਕਾਂ ਨੂੰ ਛਕਾਤਾ, ਇਹ ਤੋਂ ਪਰੇ ਹੋਰ ਕੀ ਰਹਿ ਗਿਆ ਬਾਕੀ? ਗੁਰੂ ਦੀ ਖੁਸ਼ੀ ਤੋਂ ਵੱਡੀ ਤੁਹਾਨੂੰ ਨੱਚ ਕੇ ਖੁਸ਼ੀ ਨਹੀਂ ਮਿਲਣੀ। ਇਹ ਤਾਂ 2-4 ਮਿੰਟ ਦਾ ਤਮਾਸ਼ਾ ਹੁੰਦਾ ਤੇ ਉਦੋਂ ਬਾਅਦ ਬੰਦ ਹੋ ਜਾਂਦਾ। ਇਸ ਲਈ ਇਸ ਤਰੀਕੇ ਦੇ ਨਾਲ ਵੀ ਬੇਅਦਬੀ ਜਿਹੜੀ ਆ ਅਸੀਂ ਸਮਾਜ ਦੇ ਵਿੱਚ ਖੁਦ ਵੀ ਅਸੀਂ ਕਰ ਰਹੇ ਹਾਂ। ਤੁਸੀਂ ਇਸ ਘਟਨਾ ਸੰਬੰਧੀ ਸਿੱਖ ਕੌਮ ਨੂੰ ਕੋਈ ਸੁਨੇਹਾ ਦੇਣਾ ਚਾਹੋ? ਦੇਖੋ, ਮੈਂ ਆਪਣੀ ਕਦੇ ਇਹ ਨਹੀਂ ਆਪਣੀ ਸਮਝਦਾ, ਆਪਣੀ ਔਕਾਤ ਸਮਝਦਾ ਕਿ ਮੈਂ ਕਿਸੇ ਚੈਨਲ ਤੇ ਬੈਠ ਕੇ ਮੈਂ ਕੋਈ ਸੰਦੇਸ਼ ਦੇਵਾਂ, ਕਿਉਂਕਿ ਸੰਦੇਸ਼ ਦੇ ਸਕਦਾ ਹੁੰਦਾ ਜਿਹਦਾ ਕੋਈ ਬਹੁਤ ਉੱਚ ਮਿਆਰੀ ਜੀਵਨ ਹੋਵੇ। ਮੈਂ ਬੇਨਤੀ ਕਰ ਸਕਦਾ ਇੱਕ ਪ੍ਰਚਾਰਕ ਹੋਣ ਦੇ ਨਾਤੇ, ਜਿਹੜੀ ਗੱਲ ਮੈਂ ਖਾਸ ਕਰਕੇ ਕੋਡ ਕੀਤੀ ਆ ਕਿ ਤੁਸੀਂ ਜਦੋਂ ਭੋਗ ਮਰਗਤ ਦਾ ਹੁੰਦਾ ਹੈ, ਉਦੋਂ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਇਸ ਤਰੀਕੇ ਨਾਲ ਕਰੋ। ਜਦੋਂ ਤੁਹਾਡੇ ਘਰ ਦੇ ਵਿੱਚ ਵਿਆਹ ਸ਼ਾਦੀ ਆ, ਜੇ ਤੁਸੀਂ ਸ਼ਰਾਬਾਂ ਤੇ ਨਾਚਵਾ ਚਲਾਉਣੇ ਨੇ, ਫਿਰ ਆਪਣਾ ਗੁਰੂ ਘਰ ਹੀ ਜਾ ਕੇ ਉੱਥੇ ਸੁਖਮਨੀ ਸਾਹਿਬ ਦਾ ਪਾਠ ਕਰਾ ਲਓ। ਇੱਕ ਤਾਂ ਮੇਰੀ ਬੇਨਤੀ ਇਹ ਆ। ਦੂਜੀ, ਘਰ ਦੇ ਵਿੱਚ ਗੁਰਬਾਣੀ ਦੀਆਂ ਸੈਂਚੀਆਂ ਰੱਖੋ ਤੇ ਉਹਨਾਂ ਸੈਂਚੀਆਂ ਤੋਂ ਪਾਠ ਕਰੋ, ਪਰ ਉਹਨਾਂ ਸੈਂਚੀਆਂ ਦੇ ਵਿੱਚ ਰੱਖਣ ਦੇ ਵਿੱਚ ਥੋੜ੍ਹੀ ਜਿਹੀ ਵਿੱਥ ਰੱਖੋ। ਕਈ ਜਗ੍ਹਾ ਅਸੀਂ ਕੀ ਕਰਦੇ ਹਾਂ, ਸੈਂਚੀ ਦੇ ਉੱਪਰ ਸੈਂਚੀ ਰੱਖ ਦਿੰਦੇ ਹਾਂ, ਉਹ ਪੂਰਾ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਬਣ ਜਾਂਦਾ। ਜੀ ਬਿਲਕੁਲ। ਇਹ ਗੱਲ ਦਾ ਫਿਰ ਜਿੱਥੇ ਪਾਠ ਕਰਨਾ ਹੈ, ਘੱਟੋ ਘੱਟ ਇੱਕ ਕਮਰਾ ਆਪਣੇ ਘਰ ਦੇ ਵਿੱਚ ਅਜਿਹਾ ਰੱਖੋ ਜਿਹੜਾ ਤੁਹਾਡਾ ਨਿਤਨੇਮ ਕਰਨ ਵਾਲਾ ਹੋਵੇ। ਉੱਥੇ ਤੁਸੀਂ ਆਪਣੀ ਜੁੱਤੀ ਬਾਹਰ ਖੋਲ੍ਹ ਕੇ ਜਾਓ, ਪੂਰੀ ਮਰਜ਼ਾਦਾ ਨਾਲ ਰੱਖੋ, ਕਿਉਂਕਿ ਉੱਥੇ ਪ੍ਰਤਾਪ ਬਾਣੀ ਦਾ ਜਿਹੜਾ ਰਹਿੰਦਾ। ਤੋ ਇਸ ਤਰੀਕੇ ਨਾਲ ਬਾਣੀ ਪੜ੍ਹੋ, ਬਾਣੀ ਨੂੰ ਜਿਹੜਾ ਗੁਰੂ ਸਾਹਿਬ ਸਾਨੂੰ ਉਪਦੇਸ਼ ਦਿੰਦੇ ਨੇ ਉਹਨੂੰ ਸਮਝੋ, ਉਹਨੂੰ ਕਮਾਓ, ਤੇ ਇਹਦੇ ਨਾਲ ਹੀ ਜਿਹੜਾ ਜ਼ਿੰਦਗੀ ਦਾ ਬੇੜਾ ਪਾਰ ਹੋਣਾ। ਵਰਨਾ ਜਿਹੜੀਆਂ ਇਹ ਪਲ ਪਲ ਕਰਕੇ ਸਾਡੀ ਉਮਰ ਜਿਹੜੀ ਹੈ ਉਹ ਬੀਤਦੀ ਜਾ ਰਹੀ ਹੈ। ਛਿਨ ਛਿਨ ਔਦ ਬਿਹਾਤ ਹੈ, ਫੁੱਟੇ ਘਟ ਜੋ ਪਾਣੀ, ਜਿਵੇਂ ਫੁੱਟੇ ਹੋਏ ਘੜੇ 'ਚੋਂ ਬੂੰਦ ਬੂੰਦ ਕਰਕੇ ਪਾਣੀ ਨਿਕਲ ਜਾਂਦਾ। ਇਹ ਸਰੀਰ ਰੂਪੀ ਘੜੇ 'ਚੋਂ ਸਵਾਸ ਜਿਹੜੇ ਨੇ ਉਹ ਪਲ ਪਲ ਕਰਕੇ ਖਤਮ ਹੋ ਰਹੇ। ਇਹ ਸਨ ਸਾਡੇ ਨਾਲ ਬਾਬਾ ਗੁਰਪ੍ਰੀਤ ਸਿੰਘ ਰੰਧਾਵਾ, SGPC ਮੈਂਬਰ ਫਤਿਹਗੜ੍ਹ ਸਾਹਿਬ ਤੋਂ, ਜਿਨ੍ਹਾਂ ਤੋਂ ਤੁਸੀਂ ਜਾਣਿਆ 2016 ਦੇ ਵਿੱਚ ਵਾਪਰੀਆਂ ਉਹ ਘਟਨਾਵਾਂ ਕਿਵੇਂ ਛੁਪਾਈ ਗਈਆਂ, ਲੋਕਾਂ ਤੋਂ ਲੁਕਾਈ ਗਈਆਂ, ਤੇ ਕਿਵੇਂ ਉਹਨਾਂ ਦੇ ਝੂਠ ਦੇ ਪਰਦੇ ਪਾਏ ਗਏ। ਸੋ ਫੈਸਲਾ ਤੁਸੀਂ ਆਪ ਕਰਨਾ ਹੈ ਕਿ ਇਹ ਗੱਲਾਂ ਜੋ ਸਾਡੇ ਨਾਲ ਵਾਪਰ ਰਹੀਆਂ ਨੇ
ਇਹ ਕਿਵੇਂ ਰੁਕਣਗੀਆਂ, ਕਿਵੇਂ ਅਸੀਂ ਲਾਂਬੇ ਬਹਾਲ ਕਰ ਸਕੀਏ, ਪੈਰਾਂ ਤੇ ਖੜਾ ਕਰ ਸਕੀਏ।